ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਚੌਲਾ ਸਾਹਿਬ। ਸਤਿ ਸ਼੍ਰੀ ਅਕਾਲ ਸਾਰੇ ਦਰਸ਼ਕਾਂ ਨੂੰ ਜੀ। ਸਤਿ ਸ਼੍ਰੀ ਅਕਾਲ ਸਾਰੀ ਟੀਮ ਨੂੰ ਜੀ। ਕੀ ਹਾਲ ਚਾਲ? ਧੰਨਵਾਦ, ਸ਼ੁਕਰੀਆ ਜੀ। ਬਹੁਤ ਬਹੁਤ ਮਿਹਰਬਾਨੀ ਜੀ। ਜੀ ਲੱਗ ਗਈਆਂ ਨੇ ਮੋਹਰਾਂ ਸਰਕਾਰ ਦੀਆਂ, ਲੱਗਣੀਆਂ ਸੀ। ਵਿਵਾਦਤ ਤਿੰਨੋਂ ਖੇਤੀ ਕਾਨੂੰਨ ਰੱਦ, ਰਾਸ਼ਟਰਪਤੀ ਦੀ ਮੋਹਰ ਲੱਗੀ ਹੈ। ਕੀ ਕਹਿਣਾ ਚਾਹੋਗੇ? ਰਾਸ਼ਟਰਪਤੀ ਦੀ ਮੋਹਰ ਲੱਗੀ ਹੈ ਚਾਵਲਾ ਸਾਹਿਬ। ਦੋ ਗੱਲਾਂ ਇੱਥੇ ਸਾਹਮਣੇ ਨੇ ਹੁਣ। ਇੱਕ ਤਾਂ ਹੁੰਦੀ ਹੈ ਗਵਰਨਮੈਂਟ, ਇੱਕ ਹੁੰਦੀ ਹੈ ਸਰਕਾਰ। ਸਰਕਾਰ ਕਹਿੰਦੇ ਆਮ ਤੌਰ ਤੇ ਜਿਹੜੇ ਕਿ ਨਾ ਉਹ ਵਿਅੰਗ ਕਰਦੇ ਆ ਲੋਕ, ਉਹ ਵਿਅੰਗਾਤਮਕ ਤਰੀਕੇ ਨਾਲ ਗੱਲ ਦੱਸਦੇ ਆ ਕਿ ਸਰਕਾਰ ਦਾ ਮਤਲਬ ਸਰਕ ਕੇ ਚੱਲਣਾ, ਹੌਲੀ ਹੌਲੀ ਚੱਲਣਾ। ਉਹ ਸਰਕਾਰ ਕੰਮ ਕਰਦੀ ਹੈ। ਗੌਰਮੈਂਟ ਹੁੰਦੀ ਆ ਗੌਰਮੈਂਟ ਕੀ ਗੌਰ ਹੋ ਜਾਂਦੀ ਹੈ, ਗੌਰਮੈਂਟ ਸਾਹਮਣੇ ਆਉਂਦੀ ਹੈ। ਤੇ ਵੈਸੇ ਤਾਂ ਜਿਹੜੇ ਬਿੱਲ ਹੁੰਦੇ ਆ ਬੜੇ ਦੇਰ ਲੱਗ ਜਾਂਦੇ ਆ ਸੈਂਕਸ਼ਨ ਹੋਣ ਨੂੰ। ਤੇ ਲੋਕ ਸਭਾ ਪਹਿਲਾਂ ਲੋਕ ਸਭਾ ਚ ਪੇਸ਼ ਹੁੰਦਾ, ਉਸ ਤੋਂ ਬਾਅਦ ਮੈਨੂੰ ਫਿਰ ਲੱਗਦਾ ਰਾਜ ਸਭਾ ਦਾ, ਰਾਜ ਸਭਾ ਤੋਂ ਬਾਅਦ ਫਿਰ ਰਾਸ਼ਟਰਪਤੀ ਕੋਲੇ ਫਾਈਲ ਜਾਂਦੀ ਆ, ਰਾਸ਼ਟਰਪਤੀ ਕੋਲੇ ਫਾਈਲ ਪਈ ਰਹਿੰਦੀ ਆ ਮਹੀਨਾ 2 ਮਹੀਨੇ। ਬਹੁਤ ਸਾਰੀਆਂ ਫਾਈਲਾਂ ਰਾਸ਼ਟਰਪਤੀ ਸਾਹਿਬ ਕੋਲ ਪਈਆਂ ਨੇ। ਕੋਈ ਮਰਸੀ ਪਟੀਸ਼ਨ ਦੀਆਂ ਫਾਈਲਾਂ ਨੇ, ਕੋਈ ਕਿਸੇ ਦੀ ਫਾਂਸੀ ਹੋਈ ਆ ਉਹਨੂੰ ਮਾਫੀ ਦੀਆਂ ਦੇਣ ਦੀਆਂ ਫਾਈਲਾਂ ਨੇ। ਕਿੰਨੀਆਂ ਸਾਰੀਆਂ ਫਾਈਲਾਂ ਰਾਸ਼ਟਰਪਤੀ ਕੋਲ ਪਈਆਂ ਰਹਿੰਦੀਆਂ ਨੇ, ਪਰ ਉਹਨਾਂ ਫਾਈਲਾਂ ਤੇ ਗੌਰ ਨਹੀਂ ਹੁੰਦਾ ਭਾਜੀ। ਉਹ ਫਾਈਲਾਂ ਨੇ ਜਿਹੜੀਆਂ ਉਹ ਫਾਈਲਾਂ ਨੇ ਨਾ, ਉਹ ਤੁਹਾਡੀਆਂ ਸਾਡੇ ਟੈਕਸ ਪੇਅਰ ਦੀਆਂ ਨੇ। ਇਹ ਸਰਕਾਰ ਦੀ ਹੈ, ਇਹ ਰਾਜ ਸਭਾ ਦੇ ਮੈਂਬਰਾਂ ਦੀ ਹੈ। ਇਹ ਉਹ ਨਹੀਂ ਜਿਨ੍ਹਾਂ ਨੇ ਰਾਸ਼ਟਰਪਤੀ ਨੂੰ ਚੁਣਿਆ, ਸਿਲੈਕਟ ਕੀਤਾ ਸਾਡਾ ਰਾਸ਼ਟਰਪਤੀ ਆ ਹੋਣਾ ਆ। ਪਤਾ ਨਹੀਂ ਕਿਉਂ ਤੁਸੀਂ ਫੇਰ ਕਿਉਂ ਭੁੱਲ ਜਾਂਦੇ ਹੋ? ਤੁਸੀਂ ਚੀਜ਼ ਨੂੰ ਯਾਦ ਕਰਾਉਣਾ ਪੈਂਦਾ ਤੁਹਾਨੂੰ। ਉਹ ਫਾਈਲਾਂ ਉਹਨਾਂ ਫਾਈਲਾਂ ਦੀ, ਇਹ ਫਾਈਲਾਂ ਸੁਪਰ ਫਾਸਟ ਫਾਈਲਸ ਹੁੰਦੀਆਂ ਨੇ। ਚੋਣਾਂ ਨਹੀਂ ਆ ਰਹੀਆਂ, ਭੋਲੇ ਬਣਦੇ ਹੋ ਤੁਸੀਂ। ਮੈਂ ਨਾ ਚੋਣਾਂ ਦੀ ਗੱਲ ਨਹੀਂ, ਮੈਂ ਤਾਂ ਤੁਹਾਨੂੰ ਗੱਲ ਅੱਗੇ ਹੋਰ ਤੋੜ ਲੱਗਿਆ ਸੀ ਚੋਣਾਂ ਦੀ। ਮੈਂ ਤਾਂ ਇਹ ਗੱਲ ਕਹਿਣਾ ਵੀ ਕਿੰਨੀ ਬੜੀ ਤਾਕਤ ਹੈ ਲੋਕਾਂ ਵਿੱਚ। ਹਾਂਜੀ, ਬਾਕੀ ਯਕਦਮ ਹੀ ਸਹਿਨ ਹੋ ਜਾਂਦੇ ਆ। ਬਿਲਕੁਲ, ਇਹ ਹੈ ਲੋਕਤੰਤਰ ਦੀ ਤਾਕਤ। ਹਾਂਜੀ, ਮੈਂ ਇੱਥੇ ਆ ਰਹੀ ਗੱਲ। ਇਹ ਹੈ ਲੋਕਤੰਤਰ ਦੀ ਤਾਕਤ। ਲੋਕਤੰਤਰ ਦੀ ਤਾਕਤ ਏਦਾਂ ਨਹੀਂ ਹੁੰਦੀ ਆ ਕਿ ਮਿੰਟੋ ਮਿੰਟੀ ਜੇ ਕੰਮ ਹੁੰਦਾ ਤਾਂ ਨਾਲ ਦੀ ਨਾਲ ਹੋ ਜਾਂਦਾ। ਫਾਂਸੀ ਹੋਣ ਲੱਗੀ ਸੀ ਨਾ ਰਾਜੋਆਣਾ ਨੂੰ, ਰਾਜੋਆਣਾ ਨੂੰ ਐਲਾਨ ਹੋ ਗਿਆ ਸੀ ਨਾ ਫਾਂਸੀ ਦਾ, ਤੁਰੰਤ ਲੋਕਾਂ ਨੇ ਤਾਕਤ ਦਿਖਾਈ ਆਪਣੀ ਫਾਂਸੀ ਰੱਦ ਕਰਨੀ ਪਈ ਸੀ ਉਹਨਾਂ ਨੂੰ। ਇਹ ਹੈ ਡੈਮੋਕ੍ਰੈਟਿਕ ਤਰੀਕਾ। ਮੋਦੀ ਸਰਕਾਰ ਇਸ ਗੱਲ ਨੂੰ ਭੁੱਲ ਚੁੱਕੀ ਆ। ਉਹ ਜ਼ਬਰਦਸਤੀ ਹੁਣ ਦੇਖੋ, ਇੱਕ NRC ਕਾਨੂੰਨ ਹੈਗਾ। NRC ਬਣਾਇਆ ਸੀ ਉਹਨਾਂ ਨੇ ਬੜੇ ਵੱਡੇ ਪੱਧਰ ਤੇ, ਜਿਹੜਾ ਕਿ ਨੈਸ਼ਨਲ ਰਜਿਸਟਰ ਦੀ ਗੱਲ ਕਰਦਾ ਹੈਗਾ। ਉਹ ਕਿੱਥੇ ਲਾਗੂ ਹੋਇਆ? ਵਿਰੋਧ ਹੋਇਆ। ਉਹ ਕਹਿੰਦੇ ਗੱਲ ਨਹੀਂ ਕਰ ਸਕੇ। ਰਾਜ ਸਭਾ ਚ ਕਿਹਾ ਮੰਤਰੀ ਨੇ, ਕਹਿੰਦਾ ਅਸੀਂ ਗੱਲ ਉਹਦੇ ਬਾਰੇ ਗੱਲ ਨਹੀਂ ਕੀਤੀ। ਗੱਲ ਆ ਗਈ CAA ਦੀ। CAA ਦਾ ਵਿਰੋਧ ਹੋਇਆ, ਭਾਵੇਂ ਕਹਿੰਦੇ ਲਾਗੂ ਹੋ ਗਿਆ ਉਹ, ਪਰ ਕਿੱਥੇ ਲਾਗੂ ਹੋਇਆ ਉਹ ਗਰਾਊਂਡ ਰਿਐਲਿਟੀ ਤੇ। ਮਤਲਬ ਕਿ ਮੋਦੀ ਸਰਕਾਰ ਕੰਮ ਕਰ ਰਹੀ ਹੈ ਲੰਬੇ ਤੌਰ ਦੇ, ਲੰਬੇ ਤਰੀਕੇ ਦੇ, ਵੀ ਹਾਂ ਕਰ ਦਿਓ, ਆਪਾਂ ਜਦੋਂ ਸੈੱਟ ਦਾ ਕੰਮ ਆ ਗਿਆ ਉਦੋਂ ਲਾਗੂ ਕਰ ਦਾਂਗੇ। ਜਦੋਂ ਗੱਲ ਦੀ ਸੈੱਟ ਆ ਗਈ ਨਾ, ਆਪਣੇ ਕੋਲੇ ਪਾਵਰ ਦੁਆਰੇ ਫੇਰ ਆ ਗਈ, ਲਾਗੂ ਕਰ ਦਾਂਗੇ ਵੀ ਆਪਾਂ ਇਸ ਵੇਲੇ ਇਹ ਕਰ ਲਓ। ਇਸ ਤੇ ਜਿਹੜਾ ਕਾਨੂੰਨ ਦੇ ਜਿਹੜੇ ਵਿਵਾਦ ਕਾਨੂੰਨ ਸੀ ਚਾਵਲਾ ਸਾਹਿਬ, ਇਹਦੇ ਰਾਸ਼ਟਰਪਤੀ ਸਾਹਿਬ ਦੀ ਮੋਹਰ ਲੱਗੀ ਹੈ ਹੁਣ। ਤੇ ਹੁਣ ਟੋਟਲੀ ਤੌਰ ਤੇ ਇਹ ਮੁਕੰਮਲ ਤੌਰ ਤੇ ਰੱਦ ਹੋ ਚੁੱਕਿਆ। ਹੁਣ ਇਹਨਾਂ ਦਾ ਕੋਈ ਅਸਰ ਨਹੀਂ ਰਹਿ ਗਿਆ। ਹੁਣ ਕੰਗਣਾ ਰਣੌਤ, ਹਰਜੀਤ ਗਰੇਵਾਲ, ਸੁਰਜੀਤ ਗਿਆਨੀ ਵਰਗੇ ਜਿਹੜੇ ਬੰਦੇ ਹੈਗੇ ਆ, ਉਹਨਾਂ ਦੇ ਮੂੰਹ ਦੇ ਵਿੱਚ ਮਰ ਕੇ ਪਤਾ ਨਹੀਂ ਕੀ ਹੋ ਗਿਆ ਹੋਇਆ, ਕੀ ਸੋਚਦੇ ਹੋਣਗੇ ਉਹ ਕਿ ਇਹ ਕਿਸਾਨ ਹੀ ਬੈਠੇ ਸੀ ਉੱਥੇ ਜਿਹਦਾ ਤੋਂ ਮਾਫੀ ਮੰਗੀ ਮੋਦੀ ਜੀ ਨੇ। ਮਾਫੀ ਮੰਗਣ ਤੋਂ ਬਾਅਦ ਤੁਰੰਤ ਉਹ ਖੇਤੀ ਕਾਨੂੰਨ ਰੱਦ ਕੀਤੇ ਗਏ, ਭਾਵੇਂ ਕਿ 750 ਕਿਸਾਨ ਸ਼ਹੀਦ ਵੀ ਹੋ ਚੁੱਕੇ ਆ, ਅਜੇ ਵੀ ਉਹ ਬੈਠੇ ਆ। ਚਾਵਲਾ ਸਾਹਿਬ, 32 ਕਿਸਾਨ ਜਥੇਬੰਦੀਆਂ ਦਾ ਐਲਾਨ, ਜਦੋਂ ਤੱਕ ਬਾਕੀ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਮੋਰਚਾ ਜਾਰੀ ਰਹੇਗਾ। ਇਹ ਭੱਟੀ ਸਾਹਿਬ ਇੱਥੇ 11:00 ਤੇ ਆਉਂਦੇ ਨੇ ਤੇ ਉਹਨਾਂ ਨੇ ਆਉਂਦਿਆਂ ਕਿ ਕੁਐਸਚਨ ਕੀਤਾ ਕਿ ਮੈਂ ਪੁੱਛਣਾ ਚਾਹੁੰਦਾ NRIs ਜਿਹੜੇ ਸਾਨੂੰ ਸੁਣ ਰਹੇ ਨੇ ਕਿ ਮੋਰਚਾ ਉੱਠ ਜਾਣਾ ਚਾਹੀਦਾ ਜਾਂ ਨਹੀਂ। ਇੱਧਰੋਂ ਕਾਲਾਂ ਸ਼ੁਰੂ ਹੋਈਆਂ, ਉੱਧਰੋਂ ਵੀਰਾਂ ਦੇ ਫੋਨ ਆਉਣੇ ਸ਼ੁਰੂ ਹੋਏ। ਇੱਥੋਂ ਕਿਸੇ ਨੇ ਜਥੇਬੰਦੀ ਦੇ ਕਿਸੇ ਹੈੱਡ ਦੇ ਨਾਲ ਗੱਲ ਕੀਤੀ, ਉੱਥੇ ਕਿਉਂਕਿ 32 ਹੋਣਗੇ, ਉਹਨਾਂ ਨੇ ਮੀਟਿੰਗ ਚੱਲਦੀ ਸੀ, ਫੋਨ ਆਨ ਕਰ ਦਿੱਤਾ ਵੀ ਆਹ ਲੋਕਾਂ ਦੀ ਰਾਏ ਹੈ। 3 ਮਿੰਟ 'ਚ ਮੈਂ ਕਿਹਾ ਸੀ ਯੈਸ ਔਰ ਨੋ ਦੀ ਕਾਲ ਕਰਨੀ ਆ। ਭੱਟੀ ਸਾਹਿਬ ਨੇ ਗਿਣੀਆਂ, ਕਹਿੰਦੇ 32-33 ਕਾਲਾਂ ਆਈਆਂ, ਕੁਝ ਟੈਕਸਟ ਮੈਸੇਜ ਵੀ ਆਏ 3-4 ਮਿੰਟ ਦੇ ਵਿੱਚ। ਸੋ ਇਹ ਅਸਰ ਜਿਹੜਾ ਹੈ, ਮੁੜ ਕੇ ਰਿਕਾਰਡਿੰਗ ਉੱਥੇ ਪਹੁੰਚ ਗਈ, ਰਿਕਾਰਡਿੰਗ ਵੀ ਸੁਣਾਈ ਗਈ ਕਿ ਵਿਦੇਸ਼ਾਂ ਦੇ ਵਿੱਚ ਜਿਹੜੇ ਲੋਕ ਬੈਠੇ ਨੇ, ਜੈਸ ਮਹਿਜ਼ ਇੱਕ ਛੋਟਾ ਜਿਹਾ ਰੇਡੀਓ, ਮੈਂ ਤਾਂ ਨਾ ਮਾਤਰ ਜਿਹਾ ਸਮਝਦਾ, ਉਹਦਾ ਪ੍ਰਤੀਕਰਮ ਇਹ ਹੈ ਕਿ ਕਿਸਾਨ ਜਥੇਬੰਦੀਆਂ ਨੂੰ ਅਜੇ ਨਹੀਂ ਉੱਠਣਾ ਚਾਹੀਦਾ। ਸਿਰਫ ਅਜੇ ਜੈਸ ਨੋ ਜੇ ਪ੍ਰਤੀਕਰਮ ਲੈਣ ਲੱਗ ਪਈਏ ਕਿਉਂ ਨਹੀਂ ਉੱਠਣਾ ਚਾਹੀਦਾ, ਫਿਰ ਲੰਬੇ ਚੌੜੇ ਬਹੁਤ ਜ਼ਿਆਦਾ ਬੁੱਧੀਮਾਨ ਬੈਠੇ ਨੇ ਇੱਥੇ, ਬੜੇ ਪੜ੍ਹੇ ਲਿਖੇ, ਬੜੇ ਸੂਝਵਾਨ, ਇਤਿਹਾਸ ਦੀ ਜਾਣੂ ਬੈਠੇ ਨੇ,
ਕਰੀਮ ਬੈਠੀ ਹੋਈ ਹੈ ਦੇਸ਼ਾਂ ਵਿਦੇਸ਼ਾਂ ਦੇ ਵਿੱਚ। ਕਿਸਾਨ ਜਥੇਬੰਦੀਆਂ ਦਾ ਐਲਾਨ ਜਦੋਂ ਤੱਕ ਬਾਕੀ ਮੰਗਾਂ ਨਹੀਂ ਮੰਨੀ ਜਾਂਦੀਆਂ ਉਦੋਂ ਤੱਕ ਮੋਰਚਾ ਜਾਰੀ ਰਹੇਗਾ। ਅਸੀਂ ਆਪਣੀ ਭੂਮਿਕਾ ਨਿਭਾਈ ਜਾ ਰਹੇ ਹਾਂ, ਉਹ ਆਪਣੀ ਭੂਮਿਕਾ ਨਿਭਾਈ ਜਾ ਰਹੇ ਹੋ, ਤੁਸੀਂ ਆਪਣੀ। ਕੀ ਕਹਿਣਾ ਚਾਹੋ? ਹਾਂ ਚਾਵਲਾ ਸਾਹਿਬ, ਅਸੀਂ 32 ਜਥੇਬੰਦੀਆਂ, ਬਲਕਰਨ ਬਰਾੜ ਵਰਗੇ ਬੰਦੇ, ਰੋਦੂ ਸਿੰਘ ਮਾਨਸਾ ਵਰਗੇ ਬੰਦੇ ਤੇ ਲੱਖੋਆ ਵਰਗੇ ਬੰਦੇ ਮੀਟਿੰਗ ਕੀਤੀ ਆ। ਮੀਟਿੰਗ ਤੋਂ ਬਾਅਦ ਪ੍ਰੈਸ ਨੂੰ ਸੰਬੋਧਨ ਕੀਤਾ ਉਹਨਾਂ ਨੇ ਗੱਲ ਇਹ ਕਹਿਤੀ ਹੈ ਕਿ ਜਦੋਂ ਤੱਕ ਸਾਡੀਆਂ ਬਾਕੀ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਅਸੀਂ ਉੱਠ ਕੇ ਨਹੀਂ ਜਾਵਾਂਗੇ। ਇਹ ਵਿਵਾਦ ਜਿਹੜਾ ਖੜਾ ਕੀਤਾ ਜਾ ਰਿਹਾ ਮੀਡੀਆ ਵੱਲੋਂ ਕਿ ਇੱਕ ਪੱਖ ਤਾਂ ਜਾਣ ਲਈ ਤਿਆਰ ਹੈ, ਪੰਜਾਬ ਵਾਪਸ ਮੁੜਨ ਲਈ ਤਿਆਰ ਆ, ਦੂਜਾ ਪੱਖ ਜਿਹੜਾ ਹੈਗਾ ਅੜਿਆ ਹੋਇਆ, ਤੇ ਇਹ ਦੋਵੇਂ ਪੱਖ ਹੁਣ ਦੁਫਾੜ ਹੋ ਚੁੱਕਿਆ ਮੋਰਚਾ। ਇਹੋ ਜਿਹੀ ਕੋਈ ਗੱਲ ਨਹੀਂ ਹੈਗੀ। ਉਹਨਾਂ ਨੇ ਗੱਲ ਆਖੀ ਹੈ ਪ੍ਰੈਸ ਕਾਨਫਰੰਸ ਤੇ, ਅਸੀਂ ਜਿਹੜੇ ਹੈਗੇ ਆ ਇੱਥੇ ਬੈਠੇ ਆ, ਇੱਥੋਂ ਨਹੀਂ ਜਾਵਾਂਗੇ, ਅਸੀਂ ਅੜੇ ਹੋਏ ਆ ਤੇ ਅੜ ਕੇ ਹੀ ਅਸੀਂ ਸਾਰੀਆਂ MSP ਤੇ ਗਰੰਟੀ ਦੀ ਗੱਲ ਹੋ ਗਈ, ਇਹ ਅਜੇ ਮਿਸ਼ਰਾ ਟੈਣੀ ਨੂੰ ਬਰਖਾਸਤ ਕਰਾਉਣ ਦੀ ਗੱਲ ਹੋ ਗਈ, ਤੇ ਹੋਰ ਸਾਰੇ ਜਿਹੜੇ ਕਿ ਸਾਡੀਆਂ ਮੰਗਾਂ ਹੈਗੀਆਂ ਨੇ 700 ਕਿਸਾਨਾਂ ਨੂੰ ਮੁਆਵਜ਼ੇ ਦੇਣ ਦੀ ਗੱਲ ਹੋ ਗਈ, ਅਸੀਂ ਬਣਾ ਕੇ ਇੱਥੋਂ ਜਾਵਾਂਗੇ। ਗੱਲ ਤੁਹਾਡੀ ਚਾਵਲਾ ਸਾਹਿਬ ਇਹ ਸਹੀ ਆ। ਲੋਕ ਇਹ ਚਾਹੁੰਦੇ ਆ ਕਿ ਹੁਣ ਜਿਹੜਾ ਕਿ ਨਾ ਸੁੱਖੀ ਸਾਂਦੀ ਵਾਪਸ ਮੁੜ ਆਉਣ ਤਾਂ ਚੰਗਾ ਹੁੰਦਾ, ਜਦੋਂ ਮੁੱਦੇ ਹੱਲ ਹੋ ਜਾਣ ਤਾਂ ਫਿਰ ਸੁੱਖੀ ਸਾਂਦੀ ਵਾਪਸ ਆ ਜਾਣਾ ਚਾਹੀਦਾ ਬੰਦੇ ਨੂੰ। ਤੇ ਇਤਰਾਉਣਾ ਕਈ ਮੁੱਦਿਆਂ ਵਿੱਚ ਇਤਰਾਉਣਾ ਵੀ ਚਾਹੀਦਾ, ਕਈ ਮੁੱਦੇ 'ਚ ਇਤਰਾਉਣਾ ਗਲਤ ਵੀ ਹੁੰਦਾ। ਇਤਰਾਉਣਾ ਤਾਂ ਖੈਰ ਹੋ ਸਕਦਾ ਵੀ ਇਤਰਾਉਣਾ ਚੰਗਾ ਵੀ ਹੋਵੇ, ਪਰ ਕਿਸਾਨ ਇੱਕ ਨਾ ਉਹਦੇ ਵਿੱਚ ਭਾਸਕਰ ਅਖਬਾਰ ਨੇ 2 ਰਿਸਰਚ ਰਿਪੋਰਟਾਂ ਛਾਪੀਆਂ ਪੰਜਾਬ ਦੇ ਜਿਹੜੇ ਜੋ ਕਾਸ ਐਗਜ਼ਮ ਦੇ ਉੱਪਰ, ਉਹ ਬੜੀਆਂ ਰਿਸਰਚ ਰਿਪੋਰਟਾਂ ਛਾਪੀਆਂ। ਉਹਦੇ ਵਿੱਚ ਉਹਨਾਂ ਨੇ ਕਿਸਾਨ ਜਿਹਦੇ ਵਿੱਚ ਬਹੁਤ ਗਿਣਤੀ ਜੱਟ ਕੌਮ ਹੈਗੀ ਆ, ਤੇ ਉਸ ਦਾ ਇੱਕ ਮੁਹਾਂਦਰਾ ਪੇਸ਼ ਕੀਤਾ ਉਹਨਾਂ ਨੇ। ਉਹ ਕਹਿੰਦੇ ਅੜਦੇ ਵੀ ਆ, ਖੜਦੇ ਵੀ ਆ, ਲੜਦੇ ਵੀ ਆ, ਝੜਦੇ ਵੀ ਆ, ਕਈ ਵਾਰੀ ਔਖੇ ਵੀ ਹੁੰਦੇ ਆ, ਕਈ ਵਾਰੀ ਫਿਰ ਆਪਣੇ ਆਪ ਨੂੰ ਹੇਠਾਂ ਵੀ ਗੇਰ ਲੈਂਦੇ ਆ, ਖੁਦਕੁਸ਼ੀ ਵੀ ਕਰ ਲੈਂਦੇ ਆ, ਬੜਾ ਕੁਛ ਨਾ ਡੀਪਲੀ ਉਹਨਾਂ ਨੇ ਲਿਖਿਆ ਹੈਗਾ। ਤੇ ਜਿਹੜਾ ਇਹ ਮੁੱਦਾ ਇੱਥੇ ਕਿਸਾਨੀ ਸੰਘਰਸ਼ ਦਾ ਹੈਗਾ, ਇਸ ਦੇ ਵਿੱਚ ਜਦੋਂ ਮੋਦੀ ਜੀ ਮੰਨ ਗਏ ਆ, ਸਾਰਾ ਕੁਛ ਕਰ ਗਏ ਆ, ਤਾਂ ਹੁਣ ਮੇਰੇ ਖਿਆਲ 'ਚ ਲੋਕਾਂ ਦੇ ਵਿੱਚ ਨੈਗੇਟਿਵਿਟੀ ਜਾਣੀ ਆ ਵੀ ਇਹ ਤਾਂ ਬੈਠੇ ਨੇ ਇੱਥੇ। ਇਹ ਵੀ ਗੱਲ ਹੈਗੀ ਆ ਕਿ ਚੋਣਾਂ ਕਰਕੇ ਉਹ ਚਾਹੁੰਦੇ ਆ ਕਿ ਮੋਦੀ ਨੂੰ UP ਦੇ ਵਿੱਚ ਹਰਾਇਆ ਜਾਵੇ। ਫਿਰ ਕੇਸ ਦੀ ਸੋਚ ਹੈਗੀ ਆ। ਉਹ ਜੋਗੀ ਸਰਕਾਰ ਨੂੰ ਹਰਾਉਣ ਦਾ ਇੱਕ ਜਿਹੜਾ ਜੇਰਾ ਕੀਤਾ ਹੋਇਆ, ਉਹ ਸੰਦਰਭ ਵਿੱਚ ਤਾਂ ਹੀ ਉਹ ਬੈਠੇ, ਕਹਿੰਦਾ ਅਜੇ ਬੈਠੇ ਰਹਿਣਗੇ ਉੱਥੇ। ਉਹ ਜੇ ਕੱਲ ਨੂੰ MSP ਤੇ ਵੀ ਗਰੰਟੀ ਬਣ ਗਈ, ਸਾਰਾ ਕੁਛ ਹੋ ਗਿਆ, ਫਿਰ ਕੀ ਕਰਨਗੇ ਇਹ? ਵੈਸੇ ਹੁਣ ਸਰਕਾਰ ਨੂੰ MSP ਦੀ ਗਰੰਟੀ ਦੇਣ ਦੀ ਕੋਈ ਹਰਜ ਨਹੀਂ ਹੈਗਾ। ਕਈ ਲੋਕ ਕਹਿੰਦੇ ਆ ਕਿ ਜਿਹੜੀ ਗਰੰਟੀ ਜਿਹੜੀ ਕਿਸਾਨ ਮੰਗ ਰਹੇ ਨੇ, ਗਰੰਟੀ ਜੀ, ਕਿਸਾਨ ਗਰੰਟੀ ਨਹੀਂ ਮੰਗ ਰਹੇ ਚਾਵਲਾ ਸਾਹਿਬ। ਅਸਲ ਵਿੱਚ ਗਰੰਟੀ ਤਾਂ MSP ਤਾਂ ਦਿੰਦੀ ਹੈਗੀ ਆ ਕੇਂਦਰ ਸਰਕਾਰ, ਉਸ ਨੂੰ ਲਾਗੂ ਕਰਨ ਦੀ ਗਰੰਟੀ ਮੰਗ ਰਹੇ ਨੇ ਉਹ ਕਿਸਾਨ, ਲਾਗੂ ਕਰਨ ਦੀ। ਉਹ ਕਰ ਦੇਣਗੇ ਲਾਗੂ, ਸਾਰੀ ਹੋਊਗੀ ਲਾਗੂ, ਫਿਰ ਕੀ ਪ੍ਰੋਬਲਮ ਆ? ਤੇ ਏਦਾਂ ਜਿਹੜੇ ਹੋਰ ਨੈਗੇਟਿਵਿਟੀ ਜ਼ਿਆਦਾ ਪ੍ਰਭਾਵ ਛੱਡ ਰਹੀ ਆ ਹੁਣ ਮੋਰਚੇ ਦੇ ਵਿੱਚ। ਬਾਕੀ ਮੋਰਚੇ ਵਾਲੇ ਸਿਆਣੇ ਆਗੂ ਨੇ, ਆਪਾਂ ਤਾਂ ਫਿਰ ਅੰਦਰ ਬਹਿ ਕੇ ਗੱਲ ਕਰ ਲੈਂਦੇ ਆ, ਤੇ ਪਰ ਉਹ ਸਿਆਣੇ ਬਹੁਤ ਨੇ, ਇਸ ਕਰਕੇ ਉਹ ਜਾਣਦੇ ਨੇ ਕਿੱਦਾਂ ਉਹਨੇ ਕੰਮ ਕਰਨਾ ਚਾਹੀਦਾ। ਵੌਇਸ ਆਫ ਸਿਟੀ 1320 AM ਤੇ ਦੋਸਤੋ, ਤੁਸੀਂ ਅਗਰ ਕੋਈ ਸਵਾਲ ਕਰਨਾ ਹੈ 905 813 1320, ਪਬਲਿਕ ਕਾਲ ਓਪਨ ਹੈ 905 813 1320। ਸਰਸਾ ਸਾਹਿਬ ਮਨਜਿੰਦਰ ਸਰਸਾ ਅਸਤੀਫਾ ਦੇ ਕੇ ਬਹਾਨੇ ਬਣਾ ਕੇ ਜਿਸ ਤਰੀਕੇ ਨਾਲ ਭਾਜਪਾ ਦੇ ਵਿੱਚ ਗਏ, ਯਾਰ ਕਿਉਂ ਨੌਟੰਕੀ ਮੈਨੂੰ ਸਮਝ ਨਹੀਂ ਆਈ। ਨਾ ਸਾਡੇ ਸੋਸ਼ਲ ਨੈਟਵਰਕ ਮੀਡੀਆ ਤੇ ਖਬਰ ਲਾਉਣ ਵਾਲੇ ਭਾਜਪਾ ਦਾ, ਉਹ ਭਾਜਪਾ ਦਾ ਬੰਦਾ ਸੀ ਯਾਰ, ਭਾਜਪਾ ਦੀ ਟਿਕਟ ਤੇ ਚੋਣ ਲੜਿਆ। ਅਸਤੀਫਾ ਕਦੋਂ ਦਿੱਤਾ ਭਾਜਪਾ ਤੋਂ ਉਹਨੇ? ਕਿਹੜੇ ਵੇਲੇ ਭਾਜਪਾ ਛੱਡੀ ਸੀ? ਕਿੱਦਣ ਅਨਾਉਂਸ ਕੀਤਾ ਸੀ ਉਹਨੇ ਕਿ ਮੈਂ ਭਾਜਪਾ ਛੱਡ ਦਿੱਤੀ? ਹੈ ਕੋਈ ਪ੍ਰੂਫ ਸਬੂਤ? ਦੱਸੋ, ਤੁਸੀਂ ਉੱਥੇ ਰਹਿੰਦੇ ਹੋ, ਕੋਈ ਖਬਰ ਆਈ? ਅਸਲ ਚ ਨਾ ਬੜੀ ਖੂਬਸੂਰਤ ਤਰੀਕੇ ਨਾਲ ਥਾਲੀ ਵਿੱਚ ਪਾ ਕੇ ਪਰੋਸਿਆ ਗਿਆ ਸੀਗਾ ਫਿਰ ਸਾਨੂੰ ਅਕਾਲੀ ਦਲ ਵੱਲੋਂ ਭਾਜਪਾ ਦੇ ਗਰਾਊਂਡ ਵਿੱਚ। ਬਿਲਕੁਲ, ਬੰਦਾ ਟਿਕਟ ਭਾਜਪਾ ਦੀ ਇੰਡੀਪੈਂਡੈਂਟ ਟਿਕਟ ਜਿਹੜੀ ਸੀ ਉਹਦੀ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਲੈਣ ਦੇਣ ਨਹੀਂ ਆ ਜਦੋਂ ਚੋਣ ਲੜਿਆ ਉੱਥੋਂ। ਬਿਲਕੁਲ ਚਾਵਲਾ ਸਰ, ਤੁਸੀਂ ਕਿਉਂ ਨਹੀਂ ਇਤਿਹਾਸ ਨੂੰ ਪੜ੍ਹਦੇ? ਬੜੀ ਛੇਤੀ ਅਲਜ਼ਾਈਮਰ ਸਾਨੂੰ ਸਾਰਿਆਂ ਨੂੰ ਹੋ ਗਈ, ਆਜ਼ਾਦ ਸ਼ਕਤੀ ਭੁੱਲਣ ਦੀ ਬਿਮਾਰੀ। ਕੱਲ ਦੀ ਤੇ ਗੱਲ ਹੈ, ਚੋਣਾਂ ਲੜ ਕੇ ਹਟੇ ਹੋ। ਸ਼੍ਰੋਮਣੀ ਅਕਾਲੀ ਦਲ ਤੋਂ ਬਾਗੀ ਹੋ ਕੇ ਚੋਣਾਂ ਲੜੀ, ਜਦੋਂ ਵੰਡ ਵੰਡਈਆ ਤੋਂ ਰੌਲਾ ਪਿਆ ਇਹਨਾਂ ਦਾ। ਭਾਜਪਾ ਤੋਂ ਚੋਣ ਲੜੀ, ਉਹਨੇ ਜਿੱਤਿਆ, ਉਹਦਾ ਜਿੱਤਿਆ ਹੋਇਆ ਨੁਮਾਇੰਦਾ ਹੈ, ਲਾਲਾ ਕਰਦਾ। ਉਹ ਜਿਸ ਤਰੀਕੇ ਦੇ ਨਾਲ ਕਿਸਾਨਾਂ ਦੇ ਵਿੱਚ ਘੁਸਪੈਠ ਕਰਵਾਈ ਗਈ ਹੈ, ਇੱਧਰ ਬੰਦੇ ਫੜੇ ਜਾਂਦੇ ਨੇ, ਉੱਧਰ ਅਨਾਉਂਸਮੈਂਟ ਹੁੰਦੀ ਆ ਫਲਾਣੇ ਦਿਨ ਨੂੰ ਬੰਦੇ ਛੁੱਟ ਜਾਣਗੇ, ਬੰਦੇ ਛੁੱਟਦੇ ਨੇ। ਚਲੋ ਉਹ ਸੁਖਬੀਰ ਹੁੰਦੇ OSD ਵਾਲੀ ਗੱਲ ਕਰ ਲਓ ਕਿ ਉਹਨੇ ਵੀ ਜਿਹੜਾ ਸਰੋਪਾ ਪਾ ਲਿਆ ਉੱਧਰੋਂ, ਹਾਂਜੀ। ਤੇ ਜਿਸ ਤਰੀਕੇ ਨਾਲ ਸਰੋਪੇ ਪੈ ਰਹੇ ਨੇ, ਸਾਰਾ ਕੁਝ
ਇੱਕ ਡਰਾਮਾ, ਤੇ ਇਸ ਡਰਾਮੇ ਦੀ ਵਲਗਨ ਦੇ ਵਿੱਚ ਸਾਡੇ ਪਤਾ ਨਹੀਂ ਕਿਵੇਂ ਲੋਕ ਉਹਦਾ ਸੋਸ਼ਲ ਨੈਟਵਰਕ ਮੇਰੇ ਤੇ ਉਂਗਲਾਂ ਬੜੀਆਂ ਨੱਚਦੀਆਂ ਨੇ, ਇਹਨਾਂ ਨੂੰ ਪਤਾ ਹੀ ਕੁਝ ਨਹੀਂ ਵੀ ਹੋ ਕੀ ਰਿਹਾ ਦੁਨੀਆ ਦੇ ਵਿੱਚ। ਉਹ ਤਾਂ ਬੰਦਾ ਹੀ ਉਹਨਾਂ ਦਾ, ਉਹ ਤਾਂ ਬੰਦਾ ਹੀ ਇਹਨਾਂ ਦਾ। ਕੱਲ ਨੂੰ ਜੇਕਰ ਵੇਖੋ ਤੁਸੀਂ ਤੇਲ ਵੇਖੋ, ਤੇਲ ਦੀ ਧਾਰ ਵੇਖੋ ਕਿ ਉਹ ਵੇਖ ਰਹੇ ਕਿ ਇਹਨਾਂ ਨਾਲ ਕਿੰਨੀ ਕੁ ਦੁਰਗਤੀ ਹੁੰਦੀ ਹੈ। ਆ 9 ਮਾਸ ਦਾ ਰਿਸ਼ਤਾ ਵੀ ਵੇਖਿਓ, ਪਤੀ ਪਤਨੀ ਦਾ ਸਮਝੌਤਾ ਹੋਣਾ ਕੋਈ ਬਹੁਤੀ ਦੇਰ ਨਹੀਂ ਲੱਗਣੀ। ਇਹ ਰਾਜਨੀਤਿਕ ਲੋਕ ਨੇ, ਬਲਦੇ ਹੋਏ ਕੋਲਿਆਂ ਤੇ ਬਿਠਾ ਦੋ, ਸੀ ਨਹੀਂ ਕਰਨਗੇ ਰਾਜਨੀਤਿਕ ਕੁਰਸੀ ਦੇਖ ਕੇ। ਤੇ ਆ ਸਾਡੇ ਜਹੇਦਾਰ ਸਾਹਿਬ ਕਹਿ ਰਹੇ ਨੇ ਕਿ ਕਰਤਾਰਪੁਰ ਸਾਹਿਬ ਦੀ ਪਾਸਪੋਰਟ ਦੀ ਸ਼ਰਤ ਖਤਮ ਹੋਵੇ। ਭਾਈ ਸਿਰਸਾ ਸਾਹਿਬ ਨੂੰ ਕਹੋ ਹੋ ਜਾਣੀ ਆ, ਅੱਜ ਜੋ ਮਰਜ਼ੀ ਮਨਵਾ ਲਓ ਤੁਸੀਂ, ਹੋਣਾ ਨਹੀਂ। ਮੰਗਾ ਬਣਾਉਣ ਵਾਸਤੇ ਗਿਆ ਉੱਥੇ ਨੂੰ, ਇਹ ਹੋ ਜਾਣੀ ਆ। ਇਹ ਜਹੇਦਾਰ ਸਾਹਿਬ ਦਾ ਬਿਆਨ ਕੋ ਹਲਕੇ 'ਚ ਨਾ ਲਓ। ਜਹੇਦਾਰ ਸਾਹਿਬ ਦੁਨੀਆ ਦੇ ਸਾਰੇ ਹੁਣ ਉਹ ਨਹੀਂ ਦੁੱਧ ਪੀਂਦੇ ਬੱਚੇ ਨਹੀਂ, ਬਹੁਤ ਸਿਆਣੇ, ਬੜੇ ਇੰਟੈਲੀਜੈਂਟ। ਇਹ ਹੋਣੀ ਆ ਤੇ ਕੁਹਾਈ ਤੁਹਾਡੇ ਕੋਲ ਜਾਣੇ, ਮੰਗਾਂ ਤੁਹਾਡੇ ਕੋਲ ਮਨਵਾਈਆਂ ਜਾਣੀਆਂ ਨੇ। ਕੀ ਕਹਿਣਾ ਚਾਹੋ? ਚਾਵਲਾ ਸਾਹਿਬ, ਪਹਿਲੀ ਗੱਲ ਤਾਂ ਇਹ ਆ ਕਿ ਇੱਕ ਨਿੱਕੀ ਜਿਹੀ ਆਪਾਂ ਸਿਰਸੇ ਦੀ ਗੱਲ ਕਰ ਰਹੇ ਸੀ ਨਾ। ਪਹਿਲੀ ਗੱਲ ਤਾਂ ਇਹ ਆ ਕਿ ਕਹਿੰਦੇ ਸੁਖਬੀਰ ਬਾਦਲ ਗੱਲ ਕਰਨਾ ਚਾਹੁੰਦੇ ਸੀਗੇ ਸਿਰਸਾ ਦੇ ਨਾਲ, ਕਿਸੇ ਤਰੀਕੇ ਨਾਲ ਗੱਲ ਬਣਦੀ, ਪਰ ਉਹ ਕਹਿੰਦੇ ਗੱਲ ਨਹੀਂ ਕਰ ਰਹੇ ਸੀ। ਉਹ ਗੱਲ ਇੱਕ ਯਾਦ ਆ ਗਈ ਮੇਰੇ। ਅਸੀਂ ਇੱਕ ਨਾ ਰਾਤ ਨੂੰ ਮੇਲਾ ਲੱਗਿਆ ਸੀਗਾ, ਉੱਥੇ ਉੱਲੂ ਦਿਖ ਰਹੇ ਸੀਗੇ, ਬੜਾ ਅੱਖਾਂ ਸੋਹਣੀਆਂ ਚਮਕਣੀਆਂ ਅੱਖਾਂ ਉੱਲੂ ਦੀਆਂ, ਬੜਾ ਸੋਹਣਾ ਅੱਖਾਂ ਨੂੰ ਚਮਕਾਵੇ। ਉਹ ਬੰਦੇ ਨੂੰ ਲੱਗਿਆ ਚੋਣਾ ਸੋਹਣਾ ਲੱਗਿਆ ਬੰਦੇ ਨੂੰ, ਆਖੇ ਬੜਾ ਵਧੀਆ ਉੱਲੂ ਹੈ, ਇਹ ਤਾਂ ਬੜੀ ਅੱਖਾਂ ਚਮਕਾਉਂਦਾ ਹੈਗਾ, ਬੜਾ ਚੰਗਾ ਲੱਗਦਾ। ਉਹ ਲੈ ਗਿਆ ਰਾਤ ਨੂੰ, ਹਾਂ ਉਹ ਲੈ ਗਿਆ, ਕਹਿੰਦਾ ਵੀ ਕਿੰਨੇ ਦਾ ਇਹ? ਕਹਿੰਦਾ ਜੀ 10 ਰੁਪਏ ਦਾ। ਕਹਿੰਦਾ ਲਿਆ ਦੇ, 10 ਰੁਪਏ ਦਾ ਲੈ ਗਿਆ। ਰਾਤ ਨੂੰ ਦਾ ਜਾ ਕੇ ਬੜਾ ਮੌਜਾਂ ਮਾਰਿਆ, ਬੜਾ ਸੋਹਣਾ ਲੱਗ ਰਿਹਾ। ਤੜਕੇ ਜਦੋਂ ਸੂਰਜ ਚੜਿਆ ਉਹ ਅੱਖਾਂ ਮੀਟ ਗਿਆ ਉੱਲੂ, ਤੇ ਉਹ ਆਖੇ ਕਹਿੰਦੇ ਇਹ ਉੱਠਦਾ ਕਿਉਂ ਨਹੀਂ ਹੈਗਾ ਹੁਣ? ਉਹ ਕਹਿੰਦਾ ਉੱਠਦਾ ਨਹੀਂ। ਉਹ ਕਹਿੰਦਾ ਰਾਤ ਦੇ ਅੱਖ ਸੌਦੇ ਆ, ਅੱਖਾਂ ਤਾਂ ਖੋਲ ਲਾ, ਪਾਵੀਂ ਅੱਖੀ ਤਾਂ ਹੈ, ਜਿਹੜੀਆਂ ਪਹਿਲਾਂ ਅੱਖਾਂ ਸੀਗੀਆਂ ਉਹਨਾਂ ਅੱਖਾਂ ਮੰਗਦਾ ਰਿਹਾ। ਕਹਿੰਦਾ ਯਾਰ ਮੇਰੇ ਨਾਲ ਤੇ ਗੱਲ ਉਹ ਨਹੀਂ ਰਹੀ। ਗੱਲ ਹੁਣ ਸੁਖਬੀਰ ਬਾਦਲ ਗੱਲ ਕਰਨਾ ਚਾਹੁੰਦੇ ਸੀ ਸਰਕਾਰ ਨਾਲ, ਤੇ ਸਾਵੀਂ ਅੱਖੀ ਨਹੀਂ ਰਿਹਾ, ਅੱਖਾਂ ਬੰਦ ਹੋ ਗਈਆਂ, ਰਾਤ ਦੀ ਗੱਲ ਚਲੀ ਗਈ। ਹੁਣ ਗੱਲ ਕਰਦੇ ਹਾਂ ਹਰਪ੍ਰੀਤ, ਜਿਹੜੇ ਆਪਣੇ ਭਾਈ ਹਰਪ੍ਰੀਤ ਸਿੰਘ ਹੈਗੇ ਆ, ਉਹ ਗਏ ਸੀ ਕਿ ਚਾਵਲਾ ਸਾਹਿਬ ਕੱਲ ਉੱਥੇ ਕਰਤਾਰਪੁਰ ਸਾਹਿਬ। ਇੱਕ ਤਾਂ ਗੱਲ ਕੀਤੀ ਉਹਨਾਂ ਨੇ ਕਿ ਜਿਹੜੀ ਫੀਸ ਲਾਈ ਜਾ ਰਹੀ ਹੈ ਉੱਥੇ, ਉਹ ਫੀਸ ਤੁਸੀਂ ਮਾਫ਼ ਕਰੋ। ਤੇ ਦੂਜੀ ਗੱਲ ਕੀਤੀ ਉਹਨਾਂ ਨੇ ਕਿ ਜਿਹੜਾ ਪਾਸਪੋਰਟ ਦੀ ਸ਼ਰਤ ਆ, ਦੋਵੇਂ ਸਰਕਾਰਾਂ ਮਿਲ ਬੈਠਣ, ਦੋਵੇਂ ਸਰਕਾਰਾਂ ਮਿਲ ਬੈਠ ਕੇ ਇਸ ਮੁੱਦੇ ਉੱਤੇ ਗੱਲ ਕਰਨ ਕਿ ਪਾਸਪੋਰਟ ਦੀ ਹੁਣ ਰਸਮ ਨਹੀਂ ਰਹਿਣੀ ਚਾਹੀਦੀ, ਪਾਸਪੋਰਟ ਦੀ ਰਸਮ ਖਤਮ ਹੋ ਜਾਣੀ ਚਾਹੀਦੀ ਹੈ। ਤੇ ਗੱਲ ਤੁਹਾਡੀ ਵੀ ਸਹੀ ਹੈ ਚਾਵਲਾ ਸਾਹਿਬ। ਸਿਰਸਾ ਸਾਹਿਬ ਕਹਿੰਦੇ ਆ ਕਿ ਮੈਂ ਅਸਲ ਵਿੱਚ ਭਾਜਪਾ ਵੀ ਇਸ ਕਰਕੇ ਗਿਆ ਕਿ ਬਹੁਤ ਸਾਰੇ ਸਿੱਖ ਮੁੱਦੇ ਹੈਗੇ ਨੇ, ਉਹ ਹੱਲ ਨਹੀਂ ਹੋ ਪਾ ਰਹੇ, ਤੇ ਹੁਣ ਮੈਂ ਉਹ ਮੁੱਦੇ ਹੱਲ ਕਰਾਉਣ ਵਾਸਤੇ ਮੈਂ ਪੱਕਾ ਜ਼ੋਰ ਲਾ ਦਿਆਂਗਾ ਵੀ ਇੰਨੇ ਸਾਲ ਤੋਂ ਜਿਹੜਾ ਕਿ ਪਤੀ ਪਤਨੀ ਰਿਸ਼ਤਾ ਹੈ ਸ਼੍ਰੋਮਣੀ ਅਕਾਲੀ ਦਲ ਦਾ, ਉਦੋਂ ਤੁਸੀਂ ਕਿੱਥੇ ਸੀਗੇ? ਉਦੋਂ ਤੁਹਾਨੂੰ ਨਜ਼ਰ ਨਹੀਂ ਆਏ ਉਹ ਮੁੱਦੇ, ਉਦੋਂ ਤਾਂ ਸੀਗਾ। ਸਿਰਸਾ ਸਾਹਿਬ ਹਰ ਵੈਸੇ ਚਾਵਲਾ ਸਾਹਿਬ ਇੱਕ ਮੈਂਬਰ ਪਾਰਲੀਮੈਂਟ ਚਾਹੀਦਾ, ਇੱਕ ਮੈਂਬਰ ਪਾਰਲੀਮੈਂਟ। ਪਹਿਲੀ ਵਾਰੀ ਪੰਥ ਰਤਨ ਜਦੋਂ ਕਹਿੰਦਾ ਸੀਗਾ ਕਿ ਮੈਂ ਪੰਜਾਬ ਦੇ ਸਾਰੇ ਉਹ ਮਸਲੇ ਜਿਹੜੇ ਨੇ, ਹਾਂਜੀ ਪੰਥ ਰਤਨ ਸਮਝਦੇ ਆ ਨਾ, ਇੱਕ ਤੇ ਬਿਨਾਂ ਕਿਸੇ ਮੰਗਿਆਂ ਤੋਂ ਸਪੋਰਟ ਕੀਤੀ, ਤੇ ਉਹ ਸਪੋਰਟ ਦਾ ਅਜੇ ਫਲ ਮਿਲ ਰਿਹਾ। ਇਹ ਤਾਂ ਸਿਰਫ ਵਿਖਾਵੇ ਨੇ ਤੁਹਾਡੇ ਸਾਡੇ, ਜਿਹੜੇ ਪਤੀ ਪਤਨੀ 9 ਮਾਸ ਦਾ ਰਿਸ਼ਤਾ ਟੁੱਟ ਗਿਆ, ਪੁੱਟ ਗਿਆ, ਆ ਹੋ ਗਿਆ, ਇਹ ਕੱਲ ਨੂੰ ਇੱਕੋ ਥਾਲੀ 'ਚ ਖਾਣਾ ਇਹਨਾਂ ਨੇ। ਦੇਖ ਲਿਓ, ਇੱਥੋਂ ਵਾਲੇ ਤਾਂ ਮੈਂ ਵੇਖੇ ਕਈ ਵਾਰੀ ਕਾਂਗਰਸੀ ਵੀ ਬੈਠੇ ਹੁੰਦੇ ਆ, ਅਕਾਲੀ ਵੀ ਬੈਠੇ ਹੁੰਦੇ ਆ, ਭਾਜਪਾ ਤਾਂ ਸ਼ਾਇਦ ਨਹੀਂ ਸੀ ਉਦੋਂ, ਉੱਥੇ ਇਹ ਕੁੱਕੜ ਖੇਡ ਆਉਂਦੇ ਹੁੰਦੇ, ਤਾਂ ਇੱਥੇ ਇੱਕੋ ਜਿਹੇ ਟੇਬਲਾਂ 'ਤੇ ਬੈਠੇ ਹੁੰਦੇ, ਸਾਰੇ ਹੱਸਦੇ ਹੁੰਦੇ ਆ। ਇਹ ਸਭ ਇੱਕੋ ਹੀ ਥੱਲੀ ਦੇ ਚੱਟੇ ਵੱਟੇ। ਵੇਖਿਓ ਤੁਸੀਂ ਥੋੜੇ ਦਿਨ ਠਹਿਰ ਜਾਓ ਕੀ ਹੁੰਦਾ। ਤੇ ਬਸ ਲੋਕਾਂ ਨੂੰ ਸੁਚੇਤ ਹੋਣ ਦੀ ਲੋੜ ਆ ਕਿ ਅਸੀਂ ਚੁਣਨਾ ਕਿਹਨੂੰ ਆ, ਕਿਹਨੂੰ ਕਿਰਦਾਰ ਕੀ ਚੁਣਨਾ। ਕਿਰਦਾਰ ਇਹਨਾਂ ਦਾ ਹੈਗਾ ਕੋਈ? ਦੱਸੋ ਤੁਸੀਂ, ਸੋਚ ਕੇ ਚੱਲੋ ਤੁਸੀਂ। ਤਾਂ ਅਖਿਲੇਸ਼ ਯਾਦਵ ਨੇ ਕਿਹਾ ਹੈ ਕਿ ਜਿਨ੍ਹਾਂ ਦੇ ਆਪਣੇ ਘਰ-ਬਾਰ ਪਰਿਵਾਰ ਨਹੀਂ, ਉਹ ਲੋਕਾਂ ਦੇ ਦੁੱਖਾਂ ਦਰਦਾਂ ਦੀ ਕੀ ਫਿਕਰ ਕਰ ਸਕਦੇ ਨੇ। ਬੜੀ ਤਗੜੀ ਚੋਟ ਮਾਰੀ ਹੈ। ਕੀ ਕਹਿਣਾ ਚਾਹੋਗੇ? ਜੋਗੀ ਸਰਕਾਰ ਦੇ ਉੱਪਰ ਝੂਠ ਮਾਰਿਆ ਚਾਵਲਾ ਸਾਹਿਬ, ਜੋਗੀ ਦੇ ਉੱਪਰ ਤੇ ਮੋਦੀ ਦੇ ਉੱਪਰ ਬੜੇ ਵੱਡੀ ਸੱਟ ਮਾਰੀ ਉਹਨਾਂ ਨੇ। ਬੜਾ ਇਕੱਠ ਸੀ ਕੱਲ ਦਾ, ਇੰਨਾ ਇਕੱਠ ਸੀ ਅਖਿਲੇਸ਼ ਦੇ ਸਮਾਗਮ ਦੇ ਵਿੱਚ, ਉਹ ਲੱਗ ਰਿਹਾ ਸੀਗਾ ਕਿ ਸਰਕਾਰ ਬਣਾ ਜਾਊਗਾ ਇਹ, ਤੇ ਬਹੁਤ ਦੁਨੀਆ ਇਕੱਠੀ ਹੋਈ ਸੀਗੀ। ਤੇ ਉਹਨੇ ਕਿਹਾ ਕਿ ਆਓ ਹੁਣ ਆਪਾਂ ਜੋਗੀ ਨੂੰ ਨਹੀਂ, ਯੋਗ ਸਰਕਾਰ ਚੁਣੀਏ, ਤੇ ਜਿਹੜੇ ਲੋਕਾਂ ਦੇ ਆਪਣੇ ਪਰਿਵਾਰ ਨਹੀਂ ਹੈਗੇ, ਆਪਣੇ ਟੱਬਰ ਟੀਰ ਨਹੀਂ ਹੈਗੇ, ਤੇ ਉਹ ਲੋਕ ਪਰਿਵਾਰਾਂ ਵਾਲਿਆਂ ਦੀ ਕੀ ਜਾਣਨਗੇ, ਉਹਨਾਂ ਦਾ ਦਰਦ ਕੀ ਹੁੰਦੇ ਆ, ਦੁੱਖ ਕੀ ਹੁੰਦੇ ਆ। ਆਓ ਆਪਾਂ ਪਰਿਵਾਰਾਂ ਵਾਲਿਆਂ ਨੂੰ ਚੁਣੀਏ, ਤੇ ਜਿਹੜੇ ਕਿ ਪਰਿਵਾਰਾਂ ਤੋਂ ਬਿਨਾਂ ਨੇ, ਤੇ ਲਫ਼ਜ਼ ਤਾਂ ਉਹਨਾਂ ਨੇ ਹੋਰ ਆਖਿਆ ਕੋਈ, ਉਹ ਲਫ਼ਜ਼ ਮੈਂ ਕਹਿਣਾ ਚਾਹੁੰਦਾ ਹੈਗਾ, ਉਹਨਾਂ ਨੂੰ ਆਪਾਂ ਦੂਰ ਭਜਾਈਏ ਆਪਣੇ ਕੋਲੋਂ।
ਤੇ ਬੜੇ ਵੱਡੇ ਇਕੱਠ ਵਿੱਚ ਗੱਲ ਉਹਨੇ ਆਖੀ ਚਾਵਲਾ ਸਾਹਿਬ, ਤੇ ਇਸ ਗੱਲ ਦੀ ਮੇਰੇ ਚਰਚਾ ਵੀ ਹੋਣੀ ਹੈ। ਬੀਜੇਪੀ ਦਾ IT ਸੈੱਲ ਕਾਫੀ ਸਰਗਰਮ ਹੋ ਗਿਆ ਹੋਣਾ ਕਿ ਜਿਹੜੇ ਬਿਨਾਂ ਪਰਿਵਾਰਾਂ ਦੇ ਹੁੰਦੇ ਨੇ ਤੇ ਉਹ ਕਿੱਦਾਂ ਦੇ ਹੁੰਦੇ ਨੇ, ਤੇ ਜਿਹੜੇ ਪਰਿਵਾਰਾਂ ਵਾਲੇ ਹੁੰਦੇ ਨੇ ਕਿੱਦਾਂ ਦੇ ਹੁੰਦੇ ਨੇ। ਇਹ IT ਸੈੱਲ ਆਪਣੇ ਤਰੀਕੇ ਨਾਲ ਹੁਣ ਇਹਦਾ ਮਤਲਬ ਕੱਢੇਗਾ ਬੀਜੇਪੀ ਦਾ। ਪਰ ਅਖਿਲੇਸ਼ ਦੀ ਇਹ ਚੋਟ, ਇਹ ਸੱਟ ਬੜੀ ਵੱਡੀ ਹੈਗੀ ਹੈ ਚਾਵਲਾ ਸਾਹਿਬ। ਜੇ ਅਸੀਂ ਗੱਲ ਕਰੀਏ ਮੀਡੀਆ ਦੇ ਵਿੱਚ, ਮਤਲਬ ਮੀਡੀਆ ਲੋਕਤੰਤਰ ਦਾ ਚੌਥਾ ਥੰਮ ਗਿਣਿਆ ਜਾਂਦਾ ਹੈ, ਤੇ ਲੋਕਤੰਤਰ ਦੇ ਵਿੱਚ ਚੌਥੇ ਥੰਮ ਦੇ ਅੱਗੇ ਜਿਹੜੀਆਂ ਪਈਆਂ ਹੋਈਆਂ ਗਲ ਦੇ ਵਿੱਚ ਟੱਲੀਆਂ ਤੇ ਜਿਹੜੀਆਂ ਹੱਡੀਆਂ ਸਾਹਮਣੇ ਪਈਆਂ ਹੋਈਆਂ ਨੇ, ਉਹਦਾ ਕਿੰਗਰੇ ਢਾਉਣ ਦਾ ਕੰਮ ਕਰ ਰਹੀਆਂ ਨੇ। ਕਾਂਗਰਸੀ ਆਗੂ ਸ਼ਸ਼ੀ ਥਰੂਰ ਭਾਵੇਂ ਆਪ ਚਰਚਾ ਦੇ ਵਿੱਚ ਰਹੇ ਨੇ, ਉਹਨਾਂ ਦੀ ਪ੍ਰਧਾਨਗੀ ਵਿੱਚ ਚੱਲ ਰਹੀ ਸੰਸਦੀ ਕਮੇਟੀ ਨੇ ਮੀਡੀਆ ਵਿੱਚ ਆ ਚੁੱਕੀ ਗਿਰਾਵਟ ਨੂੰ ਰੋਕਣ ਲਈ ਮੀਡੀਆ ਕੌਂਸਲ ਬਣਾਉਣ ਦਾ ਸੁਝਾਅ ਦਿੱਤਾ ਹੈ। ਕੀ ਕਹਿਣਾ ਚਾਹੋਗੇ? ਹਾਂ ਚਾਵਲਾ ਸਾਹਿਬ, ਅਸਲ 'ਚ ਨਾ ਇਹਨਾਂ ਨੇ ਕੱਲ, ਇਹ ਸੰਸਦੀ ਕਮੇਟੀ ਹੈਗੀ ਆ, ਇਹ ਵੈਸੇ ਤਾਂ ਸਰਕਾਰ ਦੀ ਹੁੰਦੀ ਆ, ਪਰ ਇਹਦੇ ਜਿਹੜੇ ਮੁਖੀ ਹੈਗੇ ਨੇ ਉਹ ਕਾਂਗਰਸੀ ਸ਼ਸ਼ੀ ਥਰੂਰ ਹੈਗੇ ਆ। ਤੇ ਇਹਨਾਂ ਨੇ ਕੱਲ ਕੀਤੀ ਆ, ਵੈਸੇ ਇਸ ਕਮੇਟੀ ਵੱਲੋਂ ਪਹਿਲਾਂ ਵੀ ਕੁਝ ਸੁਝਾਅ ਦਿੱਤੇ ਗਏ ਨੇ। ਤਾਂ ਕੱਲ ਉਹਨਾਂ ਨੇ ਗੱਲ ਇਹ ਮੀਟਿੰਗ ਦੇ ਵਿੱਚ ਸੁਝਾਅ ਦਿੱਤਾ ਹੈਗਾ ਕੇਂਦਰ ਸਰਕਾਰ ਨੂੰ ਕਿ ਤੁਸੀਂ ਮੀਡੀਆ ਕੌਂਸਲ ਬਣਾਓ। ਜਿਹੜੇ ਇਹ ਡਿਜੀਟਲਾਈਜ਼ਡ ਮੀਡੀਆ ਹੈਗਾ, ਜਿਹੜਾ ਇਹ ਸੋਸ਼ਲ ਮੀਡੀਆ ਹੈਗਾ, ਜਿਹੜਾ ਇਹ ਇਲੈਕਟ੍ਰੋਨਿਕ ਮੀਡੀਆ ਹੈਗਾ, ਪ੍ਰਿੰਟ ਮੀਡੀਆ ਹੈਗਾ, ਵੈਸੇ ਪ੍ਰਿੰਟ ਮੀਡੀਆ ਤਾਂ ਹੈਗੀ ਹੈ ਪ੍ਰੈਸ ਕੌਂਸਲ ਆਫ ਇੰਡੀਆ, ਪਰ ਇਲੈਕਟ੍ਰੋਨਿਕ ਡਿਜੀਟਲ ਸੋਸ਼ਲ ਮੀਡੀਆ ਦੇ ਨੱਥ ਪਾਉਣ ਲਈ ਕੋਈ ਕੌਂਸਲ ਨਹੀਂ ਹੈਗੀ। ਉਹਨਾਂ ਨੇ ਕਿਹਾ ਕਿ ਇਹਨੂੰ ਕੌਂਸਲ ਬਣਾਈ ਜਾਵੇ। ਬਹੁਤ ਜ਼ਿਆਦਾ ਫੇਕ ਨਿਊਜ਼ ਦਾ ਚਲਣ ਹੋ ਗਿਆ। ਇੱਕ ਉਹਨਾਂ ਨੇ ਇਹ ਵੀ ਕਿਹਾ ਕਿ ਪੇਡ ਨਿਊਜ਼ ਬਹੁਤ ਅੱਜ ਕੱਲ੍ਹ ਚੱਲਦੀਆਂ ਨੇ। ਪੇਡ ਨਿਊਜ਼ ਦਾ ਪਤਾ ਨਹੀਂ ਲੱਗਦਾ ਆਮ ਲੋਕਾਂ ਨੂੰ ਕਿ ਪੇਡ ਨਿਊਜ਼ ਖਬਰਾਂ ਦਿਖਾ ਦਿੰਦੇ ਆ ਲੋਕ। ਅੱਜ ਕੱਲ੍ਹ ਇੱਕ ਅਖਬਾਰ ਦੇ ਪੰਜਾਬ ਦੇ ਪੰਜਾਬੀ ਦੇ ਇੱਕ ਸਿੱਖਾਂ ਦੇ ਆਪਣੇ ਆਪ ਨੂੰ ਬੜੇ ਵੱਡੇ ਹਮੈਤੀ ਪਾਉਣ ਵਾਲੇ ਅਖਬਾਰ ਦੇ ਵਿੱਚ ਇੱਕ ਪੇਜ ਲੱਗ ਰਿਹਾ ਕਾਂਗਰਸ ਦਾ, ਉਹ ਖਬਰਾਂ ਨੇ ਸਾਰੀਆਂ, ਪਰ ਹੈ ਪੇਜ ਆ। ਉਹ ਆਮ ਲੋਕਾਂ ਨੂੰ ਪੇਜ ਸਾਰਾ ਹੀ ਲੱਗੂਗਾ ਵੀ ਇਹ ਖਬਰਾਂ ਦਾ ਪੇਜ ਆ। ਬਿਲਕੁਲ ਕਾਂਗਰਸ ਨੇ ਬੜੇ ਬੜੇ ਕੰਮ ਕਰ ਰਹੀ ਹੈ। ਆਮ ਲੋਕਾਂ ਵਾਸਤੇ ਪਰ ਸਾਰਾ ਪੇਜ ਹੁੰਦਾ, ਉਹ ਸਾਰਾ ਪੇਜ ਖਬਰਾਂ ਦਾ ਪੇਜ ਆ। ਤੇ ਕਹਿਣ ਦਾ ਭਾਵ ਇਸ ਕਰਕੇ ਸਰੂਰ ਨੇ ਕਿਹਾ ਕਿ ਇਹ ਸਾਰਾ ਚੱਲਣ ਹੈਗਾ, ਇਹ ਲੋਕਤੰਤਰ ਦੇ ਵਿੱਚ ਡੈਮੋਕ੍ਰੇਟਿਕ ਸਿਸਟਮ ਵਿੱਚ ਗਲਤ ਹੈਗਾ। ਫੇਕ ਨਿਊਜ਼ ਬਹੁਤ ਬਦਲੇ ਨੇ, ਗਲਤ ਧਾਰਨਾਵਾਂ ਪੈਦਾ ਕੀਤੀਆਂ ਨੇ ਭਾਰਤ ਵਿੱਚ। ਇਸ ਕਰਕੇ ਨੱਥ ਪਾਉਣ ਲਈ ਮੀਡੀਆ ਕੌਂਸਲ ਬਣਾਈ ਜਾਵੇ ਇੱਕ, ਤਾਂ ਕਿ ਸਪਸ਼ਟ ਹੋ ਸਕੇ ਕਿ ਕਿਹੜੀ ਚੀਜ਼ ਚਲਾਉਣੀ ਹੈ, ਕੋਈ ਨਿਯਮ ਵਿਧਾਨ ਬਣਨ, ਕੋਈ ਸਿਸਟਮ ਬਣੇ। ਸਹੀ ਗੱਲ ਆ ਚਾਵਲਾ ਸਾਹਿਬ, ਹੋਣੀ ਹੀ ਚਾਹੀਦੀ ਆ। ਇਹਦੇ ਜਿੰਨਾ ਗੱਲ ਬਣਨੀ ਨਹੀਂ ਹੁਣ, ਕਿਉਂਕਿ ਮੁੱਦੇ ਅੱਗੇ ਬਹੁਤ ਵੱਧ ਚੁੱਕੇ ਨੇ, ਹੋਰ ਮੀਡੀਆ ਬਹੁਤ ਆ ਰਿਹਾ ਚਾਵਲਾ। ਕਾਂਗਰਸ ਨੇ ਕਿਹਾ ਕਾਂਗਰਸ ਬਿਨਾਂ ਕੁਝ ਨਹੀਂ ਹੋਵੇਗਾ, ਬਣਨਾ ਨਹੀਂ ਹੈ। ਸ਼ਰਦ ਪਵਾਰ ਨਾਲ ਉਧਰ ਮਮਤਾ ਬੈਨਰਜੀ ਦੀ ਮੁਲਾਕਾਤ, ਕਿਹਾ UPA ਦਾ ਕੋਈ ਅਸਤਿਤਵ ਨਹੀਂ। ਜੋੜ ਤੋੜ ਹੋ ਰਿਹਾ ਬੜਾ ਵੱਡੀ ਜੰਗੀ ਪੱਧਰ ਤੇ। ਕੀ ਕਹਿਣਾ ਚਾਹੋਗੇ? UPA ਦੇ ਵਿੱਚ ਕਈ ਸਾਰੀਆਂ ਪਾਰਟੀਆਂ ਨੇ ਚਾਵਲਾ ਸਾਹਿਬ। ਕਾਂਗਰਸ ਦੇ ਵਿੱਚ ਅਹਿਮ ਪਾਰਟੀ ਹੈ, ਜਿੱਦਾਂ ਕਿ NDA ਵਿੱਚ BJP ਅਹਿਮ ਪਾਰਟੀ ਹੈ, ਏਦਾਂ UPA ਵਿੱਚ ਬਹੁਤ ਸਾਰੀਆਂ ਖੇਤਰੀ ਪਾਰਟੀਆਂ ਵੀ ਹੈਗੀਆਂ ਨੇ। ਉਹਨਾਂ ਪਾਰਟੀਆਂ ਦਾ ਸਾਇਲੈਂਟ ਰਹਿਣਾ ਪਿਛਲੇ ਸਮੇਂ ਤੋਂ ਇਹ ਸਪਸ਼ਟ ਹੋ ਰਿਹਾ ਕਿ ਸਿਰਫ ਕਾਂਗਰਸ ਹੀ ਰਹਿ ਗਈ ਆ। ਇੱਥੇ ਮਮਤਾ ਨੇ ਗੱਲ ਆਖੀ ਹੈ ਕੱਲ ਮੀਡੀਆ ਵਿੱਚ ਜਾਂਦੇ ਹੋਏ, ਉਹਨੇ ਤੇ ਇਹ ਗੱਲ ਆਖ ਕੇ ਰਾਹੁਲ ਗਾਂਧੀ ਨੂੰ ਸੱਟ ਮਾਰੀ ਹੈ ਕਿ ਜਿਹੜੇ ਲੋਕ ਵਿਦੇਸ਼ਾਂ ਵਿੱਚ ਰਹਿੰਦੇ ਆ ਜ਼ਿਆਦਾਤਰ, ਉਹ ਭਾਰਤ ਬਾਰੇ ਕੀ ਜਾਣਦੇ ਆ। ਹੁਣ ਸਾਨੂੰ ਕਾਂਗਰਸ ਦਾ ਖਹਿੜਾ ਛੱਡਣਾ ਚਾਹੀਦਾ, ਕਾਂਗਰਸ ਤੋਂ ਬਿਨਾਂ ਸਾਨੂੰ ਗੱਠਜੋੜ ਬਣਾਉਣਾ ਚਾਹੀਦਾ, ਮੋਦੀ ਨੂੰ ਹਰਾਉਣਾ ਹੈਗਾ। ਤੇ ਸ਼ਰਦ ਪਵਾਰ ਨੇ ਵੀ ਉਹਨਾਂ ਦੀ ਹਮਾਇਤ ਦੀ ਗੱਲ ਕੀਤੀ ਹੈ। ਕੱਲ ਉਹ ਮਿਲੇ ਸੀਗੇ ਅਦਿੱਤਿਆ ਠਾਕੁਰ ਨੂੰ ਅਤੇ ਸੰਜੇ ਰਾਉਤ ਨੂੰ ਤੇ ਸੈਨਾ ਵਾਲਿਆਂ ਨੂੰ, ਉਹਨਾਂ ਨਾਲ ਸਿਆਸੀ ਮਿਲਣੀ ਕੀਤੀ ਆ। ਸਿਆਸੀ ਮਿਲਣੀ ਕਰਦੇ ਫਿਰਦੇ ਆ ਮਮਤਾ ਬੈਨਰਜੀ। ਪਰ ਦੂਜੇ ਪਾਸੇ ਕਾਂਗਰਸ ਨੇ ਆਖਿਆ, ਮੇਰੇ ਖਿਆਲ ਉਹਨਾਂ ਨੇ ਇਹ ਗੱਲ ਆਖੀ ਹੈ ਚਾਵਲਾ ਸਾਹਿਬ ਕਿ ਕਾਂਗਰਸ ਤੋਂ ਬਿਨਾਂ ਭਾਜਪਾ ਨੂੰ ਹਰਾਉਣਾ ਬਹੁਤ ਔਖਾ ਹੈਗਾ, ਨਾਮੁਮਕਿਨ ਹੈਗਾ। ਕਾਂਗਰਸ ਤੋਂ ਬਿਨਾਂ ਕੋਈ ਚੱਲ ਨਹੀਂ ਸਕਦੇ। ਮਮਤਾ ਬੈਨਰਜੀ ਅਸਲ ਵਿੱਚ ਕਾਂਗਰਸ ਵਿਰੋਧੀ ਇੱਕ ਲਹਿਰ ਬਣਾਉਣਾ ਚਾਹੁੰਦੀ ਹੈ ਭਾਰਤ ਵਿੱਚ। ਉਹ ਅਜੇ ਤੱਕ ਤਾਂ ਖੈਰ ਨਹੀਂ ਕਾਮਯਾਬ ਹੋ ਪਾ ਰਹੀ, ਪਰ ਪੱਛਮੀ ਬੰਗਾਲ ਜਿਵੇਂ ਜਿੱਤੀ ਆ, ਇਸ ਕਰਕੇ ਭਾਰਤ ਦੇ ਲੋਕ, ਭਾਰਤ ਦੇ ਸਿਆਸੀ ਸੰਬੰਧ ਵਿੱਚ ਉਹਦਾ ਨਾਂ ਬਹੁਤ ਵੱਡਾ ਹੋਇਆ ਕਿਉਂਕਿ BJP ਨੂੰ ਹਰਾਇਆ ਉਹਨੇ। ਪਰ ਪੂਰੇ ਭਾਰਤ ਨੂੰ ਹਰਾਉਣਾ ਤਾਂ ਇਹ ਸੋਚਣਾ ਹੋਗਾ ਕਿ ਕਿਹੜੀ ਪਾਰਟੀ ਕਿੱਥੇ ਕਿਵੇਂ ਖੜੀ ਆ। ਕਾਂਗਰਸ ਦਾ ਡੈਫੀਨੇਟਲੀ ਭਾਰਤ ਵਿੱਚ ਬੜਾ ਵੱਡਾ ਅਜੇ ਵੀ ਰੋਲ ਹੈਗਾ ਤੇ ਉਹ ਅਜੇ ਮਰੀ ਦੀ ਪਾਰਟੀ। ਇਸ ਕਰਕੇ ਕਾਂਗਰਸ ਤੋਂ ਬਿਨਾਂ ਬਿਲਕੁਲ ਸਹੀ ਗੱਲ ਆ, BJP ਨੂੰ ਹਰਾਉਣਾ ਸੌਖਾ ਨਹੀਂ ਹੈਗਾ। ਹੋ ਸਕਦਾ ਇਹ ਏਦਾਂ ਹੋ ਜਾਵੇ ਚਾਵਲਾ ਸਾਹਿਬ। ਚੰਨੀ ਨੇ ਕੈਪਟਨ ਅਮਰਿੰਦਰ ਤੇ ਬਾਦਲਾਂ ਤੇ ਬੜੇ ਵੱਡੇ ਦੋਸ਼ ਲਾਏ ਨੇ। ਦੋਸ਼ ਕੀ ਹੈ? ਰਾਜਨੀਤਿਕ ਦੋਸ਼ ਨੇ। ਕਿਹਾ ਕਿ ਆਪਸ ਵਿੱਚ ਮਿਲ ਕੇ ਭਾਜਪਾ ਨਾਲ ਭਿਆਲੀਆਂ ਪਾ ਰਹੇ ਨੇ, ਹੌਲੀ ਹੌਲੀ ਆ ਤਾਂ ਰਹੇ ਨੇ ਬਾਹਰ। ਹਾਂਜੀ, ਸਾਰੇ ਕੀ ਕਹੀਏ ਉਹਨੂੰ, ਬਿੱਲੀਆਂ ਬਿੱਲੇ। ਹਾਂਜੀ, ਨਾਲ ਇਹ ਕਿਹਾ ਕਿ ਪੰਜਾਬ ਨੂੰ ਤਬਾਹ ਕਰ ਰਹੇ ਨੇ ਭਿਆਲੀਆਂ ਪਾ ਕੇ। ਭਈ ਭਿਆਲੀਆਂ ਪਾ ਕੇ ਤਾਂ ਉਹਨਾਂ ਨੇ ਆਪਣੇ ਰਾਜਨੀਤਿਕ ਭਾਵੇ ਮਜ਼ਬੂਤ ਕਰਨੇ ਆ ਕੁਰਸੀਆਂ ਦੇ, ਪੰਜਾਬ ਨੂੰ ਤਬਾਹ ਕਰਨ ਵਾਲੀ ਗੱਲ ਨਹੀਂ ਸਮਝ ਲੱਗੀ ਚੰਨੀ ਸਾਹਿਬ ਦੀ। ਉਹ ਕਹਿੰਦੇ ਵੀ ਸ਼ੁਰੂ ਤੋਂ ਲੈ ਕੇ ਹੁਣ ਤੱਕ ਪੰਜਾਬ ਨੂੰ ਤਬਾਹੀ ਕੀਤਾ ਉਹਨਾਂ ਨੇ, ਬੜੇ ਸਮਝੌਤੇ ਕਰਕੇ ਵੱਡਾ ਕਰਕੇ, ਤੇ ਇਹੀ ਗੱਲ ਕੀਤੀ ਉਹਨਾਂ ਨੇ। ਚਾਵਲਾ ਸਾਹਿਬ ਅਸਲ ਵਿੱਚ ਨਾ ਜਿੱਦਾਂ ਕਿ ਇਹਨਾਂ ਨੇ ਇੱਕ ਦਲੀਪ ਚੀਮਾ ਦਾ ਬਿਆਨ ਪੜ੍ਹ ਰਿਹਾ ਸੀਗਾ
ਦਲਜੀਤ ਚੀਮਾ ਜਦੋਂ ਨਾ ਮਨਜੀਤ ਦੇ ਸਿਰਸਾ ਜਾਂਦੇ ਆ ਭਾਜਪਾ ਵਿੱਚ, ਤੋਂ ਇੱਕ ਇਲਜ਼ਾਮ ਲਾਉਂਦੇ ਆ ਭਾਜਪਾ ਦੇ ਉੱਪਰ, ਕਹਿੰਦੇ ਭਾਜਪਾ ਵੀ ਕਾਂਗਰਸ ਵਾਲੇ ਉਸੇ ਤਰੀਕੇ ਨਾਲ ਚੱਲ ਰਹੀ ਹੈ, ਇੰਦਰਾ ਗਾਂਧੀ ਜਿਵੇਂ ਨਹੀਂ ਕਰਦੀ, ਪੜਿਆ ਬਿਆਨ, ਹਾਂਜੀ, ਉਦੋਂ ਚੱਲ ਪਈ ਆ, ਹਾਂ ਉਦੋਂ ਹੀ ਚੱਲ ਪਈ। ਉਹਦਾ ਇਹ ਬਿਆਨ ਜਿਹੜਾ ਹੈਗਾ ਨਾ, ਇਹ ਸਪਸ਼ਟ ਕਰਦਾ ਕਿ ਸਿੱਖਾਂ ਦੇ ਉੱਪਰ ਵੱਖੋ ਵੱਖਰੇ ਖੇਤਰਾਂ ਤੋਂ ਕਹਿੰਦੇ ਹਮਲੇ ਹੁੰਦੇ ਰਹੇ ਨੇ, ਇਹ ਹੁਣ ਵੀ ਇੱਕ ਹਮਲਾ ਕੀਤਾ ਗਿਆ ਸਿਰਸਾ ਨੂੰ ਆਪਣੇ ਵਿੱਚ ਸ਼ਾਮਲ ਕਰਕੇ। ਗੱਲ ਕਰਦੇ ਆ ਚੰਨੀ ਦੀ। ਚੰਨੀ ਹੁਣ ਉਹ ਕਹਿੰਦੇ ਆ ਕਿ ਪੰਜਾਬ ਨੂੰ ਤਬਾਹ ਕੀਤਾ ਯਾਰ, ਸਿਰਸੇ ਨੂੰ ਸਿਰਸਾ ਭਾਜਪਾ ਚੱਲ ਗਿਆ, ਸਿੱਖਾਂ ਤੇ ਹਮਲਾ ਹੋ ਗਿਆ, ਕਮਾਨ ਯਾਰ, ਕਿੱਡੇ ਵੱਡੇ ਕੱਦ ਦੇ ਨੇਤਾ ਬਿਆਨ ਕੀ। ਸਿਰਸਾ ਕੌਣ ਹੈ? ਸਿਰਸਾ ਦਿੱਲੀ ਤੱਕ ਸੀਮਤ, ਆ ਕੇ ਵੇਖੇ ਪੰਜਾਬ ਦੇ ਵਿੱਚ ਮੇਰੇ ਮੂੰਹ ਚ ਲਫ਼ਜ਼ ਨਿਕਲ ਚੁੱਕੇ, ਉਹ ਨਹੀਂ ਪੁੱਛਦੀਆਂ, ਵੜ ਕੇ ਵੇਖੇ ਪੰਜਾਬ ਸਿਰਸਾ ਕਿਸੇ ਲੈਵਲ ਤੇ ਵੀ ਉਹਦੀ ਕੋਈ ਹੈ ਕਿ ਸਹਿ ਹੈ, ਉਹਦੀ ਕੋਈ ਹੈਗੀ ਥੋੜੀ ਬਹੁਤੀ ਕੋਈ ਦੀ ਪੁੱਛਗਿੱਛ ਪੰਜਾਬ ਦੇ ਵਿੱਚ? ਅਸਲੀ ਚਾਵਲਾ ਸਾਹਿਬ, ਉਹਨਾਂ ਦੀ ਸਿਰਸਾ ਮੁੱਦਾ ਨਹੀਂ ਹੈਗਾ, ਮੁੱਦਾ ਹੈ ਸਿੱਖਾਂ ਦਾ ਮੁੱਦਾ ਖੜਾ ਕਰਨਾ। ਕੀ ਸਿਰਸਾ ਕੋਈ ਮੁੱਦਾ ਨਹੀਂ ਵਾਸਤੇ, ਉਹਨਾਂ ਵਾਸਤੇ ਸਿਰਸਾ ਕੋਈ ਮੁੱਦਾ ਨਹੀਂ, ਉਹਨਾਂ ਨੇ ਸਿੱਖਾਂ ਦਾ ਮੁੱਦਾ ਖੜਾ ਕਰਕੇ ਸਿੱਖਾਂ ਦੀਆਂ ਭਾਵਨਾਵਾਂ ਦੇ ਵਿੱਚ ਆਪਣੇ ਆਪ ਨੂੰ ਪ੍ਰਵੇਸ਼ ਕਰਾਉਣਾ। ਚਲੋ ਖੈਰ ਨਹੀਂ, ਵੀ ਅੱਗੇ ਵਧਦੇ ਹਾਂ ਜੀ। ਹਾਂਜੀ, ਚੰਨੀ ਸਾਹਿਬ ਕਹਿੰਦੇ ਆ ਕਿ ਬਾਦਲ ਅਤੇ ਅਮਰਿੰਦਰ ਦੋਵੇਂ ਮਿਲੇ ਹੋਏ ਨੇ ਤੇ ਭਾਜਪਾ ਦੇ ਨਾਲ ਮਿਲ ਕੇ ਪੰਜਾਬ ਨੂੰ ਤਬਾਹ ਕਰਨਾ ਚਾਹੁੰਦੇ ਆ ਤੇ ਇਸ ਸੰਬੰਧ ਵਿੱਚ ਉਹਨਾਂ ਨੇ ਵਿੱਚ ਇਲਜ਼ਾਮ ਵੀ ਲਾਇਆ 50 ਕਿਲੋਮੀਟਰ ਤੱਕ, ਕਹਿੰਦਾ ਇੱਥੇ ਭਾਜਪਾ ਆ ਚੁੱਕੀ ਹੈ ਪੰਜਾਬ ਦੇ ਵਿੱਚ। ਆਹ ਕੋਈ ਸੌਖਾ ਕੰਮ ਥੋੜਾ ਹੈਗਾ, ਇਹ ਪੰਜਾਬ ਨੂੰ ਤਬਾਹੀ ਵੱਲ ਵਧਾਉਣ ਦਾ ਕੰਮ ਹੀ ਹੈਗਾ। ਇੰਨਾ ਕਰਜ਼ਾ ਚੜ ਗਿਆ ਪੰਜਾਬ ਦੇ ਉੱਪਰ, ਕੋਈ ਗੱਲ ਨਹੀਂ ਕੀਤੀ ਕਦੇ ਇਹਨਾਂ ਨੇ, ਕੋਈ ਨਾ ਕਾਂਗਰਸ ਨੇ, ਨਾ ਅਮਰਿੰਦਰ ਨੇ, ਸੌਰੀ ਕਾਂਗਰਸ ਨੇ, ਅਮਰਿੰਦਰ ਨੇ, ਨਾ ਬਾਦਲ ਨੇ ਕਦੀ ਕੋਈ ਕਾਰਵਾਈ ਨਹੀਂ ਕੀਤੀ ਹੈਗੀ। ਇੰਨੇ ਕਰਜ਼ੇ ਢਾਈ ਫਿਰਦੇ ਆਪਾਂ। ਮੈਂ ਹੁਣ ਤੱਕ ਇਹ ਕਹਿੰਦਾ ਰਿਹਾ ਚਾਵਲਾ ਸਾਹਿਬ ਕਿ 1 ਲੱਖ ਕਰੋੜ ਰੁਪਏ ਕਰਜ਼ਾ ਪੰਜਾਬ ਤੇ। ਮੈਨੂੰ ਇਹ ਅੰਕੜਾ ਆਉਂਦਾ ਰਿਹਾ, ਮੈਂ ਇਹ ਅੰਕੜਾ ਕਾਫੀ ਦੇਰ ਤੋਂ ਹੀ ਬੋਲਦਾ ਰਿਹਾ, ਪਰ ਜਦੋਂ ਨਵਜੋਤ ਸਿੱਧੂ ਨੇ ਅੰਕੜਾ ਬੋਲਿਆ, ਝੂਠਾ ਸੱਚਾ ਮੈਨੂੰ ਨਹੀਂ ਪਤਾ, ਉਹ ਬਹੁਤ ਵੱਡਾ ਅੰਕੜਾ, ਉਹ ਕਹਿੰਦਾ 7 ਲੱਖ ਕਰੋੜ ਰੁਪਇਆ ਕਰਜ਼ਾ ਪੰਜਾਬ ਦੇ। ਨਵਜੋਤ ਕਹਿੰਦਾ 7 ਲੱਖ ਕਰੋੜ ਰੁਪਇਆ ਕਰਜ਼ਾ ਕਹਿੰਦਾ ਪੰਜਾਬ ਦੇ ਉੱਪਰ ਹੈਗਾ, ਤੇ ਹੁਣ 7 ਲੱਖ ਕਰੋੜ ਰੁਪਇਆ ਪੰਜਾਬ ਦੇ ਕਰਜ਼ਾ ਹੋ ਗਿਆ ਚਾਵਲਾ ਦਾ। 70,000 ਕਰੋੜ ਰੁਪਇਆ ਤਾਂ ਸਾਡਾ ਬਜਟ ਹੈਗਾ ਇੱਕ ਸਾਲ ਦਾ ਪੰਜਾਬ ਦਾ। 70,000 ਕਰੋੜ ਰੁਪਇਆ ਜੇ ਬਜਟ ਹੈਗਾ, 7 ਲੱਖ ਕਰੋੜ ਰੁਪਇਆ ਜੇ ਕਰਜ਼ਾ ਹੋਗਾ, ਅਸੀਂ ਕਿੱਥੋਂ ਉਤਾਰ ਦੇਂ ਖਰਚਾ ਇਹਦਾ ਨਹੀਂ ਉਤਾਰ ਸਕਦੇ। ਤੇ ਪਰ ਭਾਵੇਂ ਕਿ ਚਲੋ ਨਵਜੋਤ ਸਿੰਘ ਦਾ ਬਿਆਨ ਸੀ, ਚਰਚਾ ਨਹੀਂ ਹੋ ਸਕਦਾ, ਪੁੱਛਿਆ ਜਾ ਸਕਦਾ ਕਿ 7 ਲੱਖ ਕਰੋੜ ਜਿਹੜਾ ਕਰਜ਼ਾ ਹੈ, ਨਵਜੋਤ ਜੀ ਕਿਸ ਤਰੀਕੇ ਦੇ ਨਾਲ ਅੰਕੜੇ ਕੱਢੇ ਨੇ? ਹੋ ਸਕਦਾ ਕਿ ਪੰਜਾਬ ਦਾ ਜਿਹੜਾ ਸੰਤਾਪ ਪੰਜਾਬ ਨੇ ਹੰਢਾਇਆ ਉਹ ਵੀ ਬੜੇ, ਉਹ ਅਜੇ ਗੁਜਰਾਲ ਸਾਹਿਬ ਕਹਿ ਗਏ ਸੀ ਮਾਫ ਹੋ ਗਿਆ, ਪਤਾ ਨਹੀਂ ਲੱਗਾ, ਬਾਦਲ ਸਾਹਿਬ ਕਦੀ ਮਾਫ ਕਰ ਦਿੰਦੇ, ਕਦੇ ਮਾਫ ਹੋ ਗਿਆ, ਕਦੇ ਨਹੀਂ ਮਾਫ ਹੋ ਗਿਆ, ਕਦੇ ਇੰਨੀ ਕਿਸ਼ਤ ਤਰ ਗਈ, ਕਦੇ ਕਿਸ਼ਤਾਂ ਰੁਕ ਗਈਆਂ। ਹਾਂਜੀ, ਮੈਨੂੰ ਤਾਂ ਲੱਗਦਾ ਇਹਨਾਂ ਨੇ ਰਲ ਮਰਾ ਕੇ ਤੇ ਕਦੇ ਪੰਜਾਬ ਨੂੰ ਬੈਂਕਰਪਟੀ ਕਰਾ ਕੇ ਰੱਖ ਦੇਣਾ ਕਦੇ, ਤੇ ਇੱਕ ਦੂਜੇ ਨੂੰ ਮੇੜੇ ਮਾਰਦੇ ਰਹਿਣਾ। 2-4 ਦਿਨ ਤੁਸੀਂ ਰੌਲਾ ਪਾਉਣਾ, ਮੈਂ ਪਾਉਣਾ, ਚੱਲ ਮੇਰੇ ਭਾਈ ਫੇਰ ਉੱਥੇ ਦਾ ਉੱਥੇ। ਹਾਂਜੀ, ਵੇਖ ਲਿਓ, ਭਾਵੇਂ ਇਹੀ ਕੁਝ ਹੋਣਾ ਹੈ। ਕੋਈ ਗੁੱਥੀ ਸੁਲਝਦੀ ਕੋਈ ਹੈ ਕਿ ਜਲੇਬੀ ਵਾਂਗੂ ਸਾਰੀਆਂ ਸਿੱਧੀਆਂ ਨੇ ਇਹ? ਜੇ ਸਿੱਧੂ ਸਾਹਿਬ ਕਹਿੰਦੇ ਨੇ ਇੰਨਾ ਕਰਜ਼ਾ ਹੈ ਤਾਂ ਫਿਰ ਸਿੱਧੂ ਸਾਹਿਬ ਨੂੰ ਪ੍ਰੂਫ ਦੇਣਾ ਚਾਹੀਦਾ, ਸਬੂਤ ਪੁੱਛਣਾ ਚਾਹੀਦਾ ਨਾ। ਵਿਰੋਧੀਆਂ ਨੇ ਵੀ ਨਹੀਂ ਪੁੱਛਿਆ, ਜਾਂ ਤੇ ਤਾਂ ਮਤਲਬ ਜਿਹੜੀ ਉਹਦੀ ਗੱਲ, ਉਹਦੀ ਹਰ ਇੱਕ ਐਕਸ਼ਨ ਤੇ ਉਹਦੇ ਜਿਹੜੇ ਵਿਰੋਧੀ ਨੇ ਇੰਨਾ ਵੱਡਾ ਚੀਕ ਝਾੜਾ ਪਾਉਣ ਵਾਲੇ, ਫਿਰ ਇਹ ਗੱਲ ਸੁਣੀ ਨਹੀਂ ਉਹਨਾਂ ਨੇ ਜਿਹੜੀ ਆਪਾਂ ਡਿਸਕਸ ਕਰ ਰਹੇ ਹਾਂ। ਕੀ ਸਰਦਾਰ ਬਿਕਰਮਜੀਤ ਸਿੰਘ ਮਜੀਠੀਆ ਨੂੰ ਖਬਰ ਨਹੀਂ ਸੁਣਾਈ ਦਿੱਤੀ, ਸੁਖਬੀਰ ਬਾਦਲ ਨੂੰ ਨਹੀਂ ਦਿੱਤੀ, ਵੱਡੇ ਬਾਦਲ ਨੂੰ ਨਹੀਂ ਦਿੱਤੀ, ਜਾਂ ਉਹਨਾਂ ਦੇ ਜਿਹੜੇ ਆਮ ਆਦਮੀ ਪਾਰਟੀ ਵਾਲਿਆਂ ਨੂੰ ਨਹੀਂ ਦਿਖਾਈ ਦਿੱਤੀ, ਜਾਂ ਦੂਜਿਆਂ ਤੀਜਿਆਂ ਨੂੰ ਨਹੀਂ ਦਿਖਾਈ ਦਿੱਤੀ ਵੀ ਸਿੱਧੂ ਸਾਹਿਬ ਬੋਲ ਕੀ ਰਹੇ ਹੋ? ਕੈਪਟਨ ਸਾਹਿਬ ਨੂੰ ਨਹੀਂ ਦਿਖਾਈ ਦਿੱਤੀ। ਇੰਨਾ ਹੀ ਕਹਿ ਦੇ ਕਿ ਇਹਦਾ ਸਿਰ ਫਿਰਿਆ ਤੇ ਸਿਰ ਫਿਰਿਆ ਵਾਲੀ ਗੱਲਾਂ ਕਰਦਾ, ਫਿਰ ਵੀ ਪਤਾ ਲੱਗ ਜਾਏ ਵੀ ਠੀਕ ਹੈ। ਜਵਾਬ ਕਿਉਂ ਨਹੀਂ ਦੇ ਰਹੇ? ਕਿਉਂਕਿ ਜੇ ਸੱਚ ਹੋਊਗਾ, ਕੋਈ ਪ੍ਰੂਫ ਹੋਣਗੇ, ਤੱਥ ਹੋਣਗੇ, ਤੇ ਫੇਰ ਹੀ ਆ ਨਾ। ਪੁਆਇੰਟ ਤੇ ਇਹ ਵੀ ਆ, ਨਵਜੋਤ ਸਿੱਧੂ ਮਾੜੀ ਜੀ ਗੱਲ ਕਰੇ ਤੇ ਚੀਕ ਝਾੜਾ, ਤੇ ਇਸ ਗੱਲ ਦੇ ਉੱਤੇ ਕੋਈ ਚੀਕ ਝਾੜਾ ਹੋਇਆ ਵੀ ਇਹ ਝੂਠ ਬੋਲਦਾ, ਕੁਫਰ ਤੋਲਦਾ, ਵੀ ਨਹੀਂ ਇੰਨਾ ਕਰਜ਼ਾ ਨਹੀਂ ਹੈ। ਹਾਂਜੀ, ਕੀ ਕਹਿਣਾ ਚਾਹੋਗੇ? ਨਹੀਂ, ਬਿਲਕੁਲ ਚਾਵਲਾ ਸਾਹਿਬ, ਅੱਜ ਤੱਕ ਕਿਸੇ ਨੇ ਗੱਲ ਮੇਰੇ ਖਿਆਲ ਨਾਲ ਸੁਣੀ ਨਹੀਂ, ਜਾਂ ਸੁਣ ਕੇ ਅਣਸੁਣੀ ਕਰ ਦਿੱਤੀ। ਹਾਂ, ਬਿਲਕੁਲ। ਇਹ ਉਸੇ ਤਰ੍ਹਾਂ ਹੀ ਹੈ ਜਿਵੇਂ ਸਾਡੇ ਅਕਾਲ ਤਖਤ ਸਾਹਿਬ ਦੇ ਜਹੇਦਾਰ ਸਾਹਿਬ ਨੂੰ ਕਿਸੇ ਵੇਲੇ ਆਮ ਆਦਮੀ ਪਾਰਟੀ ਦੀ ਦਸਤਾਰ ਵੀ ਦਿਖਾਈ ਦੇ ਦਿੰਦੀ ਆ ਵੀ ਇਹ ਆਮ ਆਦਮੀ ਪਾਰਟੀ ਦੀ ਦਸਤਾਰ ਲੱਥੀ ਕੌਮ ਦੇ ਨਰਾਦਰ, ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟਾਸਕ ਫੋਰਸ ਜਿਹੜੀ ਜਥੇਦਾਰਾਂ ਦੇ ਆਪਸੀ ਦਸਤਾਰਾਂ ਲਾ ਕੇ ਖਿਲਾਰੇ, ਡਾਂਗਾ ਮਾਰੇ, ਕੁੱਟੇ, ਗਿੱਦੜ ਕੁੱਟ ਹੋਵੇ, ਦਿਖਾਈ ਨਾ ਦੇਵੇ ਜਥੇਦਾਰ ਸਾਹਿਬ ਨੂੰ। ਇਹ ਉਹੀ ਗੱਲ ਆ ਆਪੇ ਫਰਮ ਪੈਣ ਵਾਲੀ। ਉਹ ਜੋਗਾ ਸਿੰਘ ਜੋਗੀ ਉਹਨਾਂ ਦੀ ਸਵੇਰੇ ਗੱਲ ਸੁਣਾਈ ਸ਼ਾਇਦ ਤੁਹਾਨੂੰ, ਹੁਣ ਬੜੀ ਵਧੀਆ ਗੱਲਾਂ ਕਰਦੇ ਹੁੰਦੇ। ਕਹਿੰਦੇ ਗਰਮੀਆਂ ਦੀ ਰੁੱਤ ਦੇ ਵਿੱਚ ਨਾ ਲੋਕ ਆਰ ਪਾਰ ਕਰਕੇ ਰੱਖਦੇ ਹੁੰਦੇ ਸੀ, ਉਦੋਂ ਕਿਹੜੀਆਂ ਫਰਿੱਜਾਂ ਹੁੰਦੀਆਂ ਸੀਗੀਆਂ, ਉਹਨਾਂ ਨੇ ਮੌਸਮ ਦੇ ਹਿਸਾਬ ਨਾਲ ਖਾਣ ਪੀਣ ਵਾਲੀਆਂ ਚੀਜ਼ਾਂ ਬਣਾਈਆਂ ਹੁੰਦੀਆਂ ਸੀ, ਜਿਵੇਂ ਸਰਦੀਆਂ ਦੇ ਚਲਸੀਆਂ ਦੀਆਂ
ਪਿੰਨੀਆਂ ਬਣ ਜਾਣੀਆਂ ਜਾਂ ਵੇਸਣ ਬਣ ਜਾਣਾ। ਗਰਮੀਆਂ ਦੇ ਵਿੱਚ ਵੱਖ-ਵੱਖ ਤਰ੍ਹਾਂ ਦਾ ਮੁਰੱਬਾ ਪਾ ਕੇ ਰੱਖਦੇ ਹੁੰਦੇ ਸੀ। ਗਰਮੀਆਂ ਪਿਓਰ ਗਰਮੀਆਂ ਹੋਣੀਆਂ, ਕੱਲ੍ਹ ਦੀਆਂ ਗੱਲਾਂ ਠੰਡੀਆਂ ਕਹਿਣਾ ਗਾਜਰਾਂ ਦਾ ਮੁਰੱਬਾ ਲਿਆ ਕੇ ਦਿਓ, ਦਿਲ ਘੱਟਦਾ ਇਹਦਾ, ਹੈ ਨਾ। ਸ਼ਾਹੂਕਾਰ ਸੀ ਇੱਕ, ਮਤਲਬ ਉਹਦਾ ਸ਼ਹਿਰੋਂ ਕਿਤੇ ਵਾਕਫ ਮਿੱਤਰ ਆਇਆ ਤੁਰਦਾ ਤੁਰਦਾ ਗਰਮੀਆਂ ਦੇ ਦਿਨ, ਤੇ ਸ਼ਾਹੂਕਾਰ ਨੇ ਆਪਣੇ ਨੌਕਰ ਨੂੰ ਕਿਹਾ, ਓਏ ਨੌਕਰਾ, ਕਹਿੰਦਾ ਹਾਂਜੀ, ਉਹ 5 ਨੰਬਰ ਵਾਲੇ ਮਰਦਬਾਨ ਦੇ ਵਿੱਚੋਂ ਗਾਜਰਾਂ ਦਾ ਮੁਰੱਬਾ ਕੱਢ ਕੇ ਲੈ ਕੇ ਆ। ਨੌਕਰ ਨੇ 5 ਨੰਬਰ ਦਾ ਮਰਦਬਾਨ ਖੋਲਿਆ, ਗਾਜਰਾਂ ਕੱਢੀਆਂ, ਰਾਖੀਆਂ ਲਿਆ ਕੇ ਮਹਿਮਾਨ ਦੇ ਅੱਗੇ। ਪਤਾ ਲੱਗ ਗਿਆ ਵੀ 5 ਨੰਬਰ ਵਾਲੇ ਮਰਦਬਾਨ ਦੇ ਵਿੱਚ ਗਾਜਰਾਂ ਆ। ਪਾਸ ਕੀ ਸਮਾਂ ਲੰਘਦਾ ਗਿਆ, ਫੇਰ ਪ੍ਰਾਹੁਣਾ ਆਇਆ ਥੋੜੇ ਦਿਨਾਂ ਬਾਅਦ। ਸ਼ਾਹੂਕਾਰ ਕਹਿੰਦਾ, ਉਹ ਨੌਕਰਾ, ਕਹਿੰਦਾ ਹਾਂਜੀ, ਉਹ ਕਹਿੰਦਾ 5 ਨੰਬਰ ਵਾਲੇ ਮਰਦਬਾਨ ਚੋਂ ਮੁਰੱਬਾ ਲਿਆ ਕੇ ਆ ਗਾਜਰਾਂ ਦਾ। ਦੋਸਤ ਆਇਆ ਮੇਰਾ, ਕਹਿੰਦਾ ਜੋ ਤੇ ਮੁੱਕ ਗਿਆ। ਕਹਿੰਦਾ ਮੁੱਕਿਆ ਕਿਵੇਂ, ਮੈਂ ਤੇ ਇੱਕ ਵਾਰੀ ਫਰਮਾਇਆ ਸੀ। ਕਹਿੰਦਾ ਜਨਾਬ ਤੁਸੀਂ ਤਾਂ ਇੱਕ ਵਾਰੀ ਫਰਮਾਇਆ ਸੀਗਾ, ਮੈਂ ਮੁੜ ਕੇ ਆਪੇ ਹੀ ਫਰਮ ਪੈਂਦਾ ਰਿਹਾ। ਸੋ ਇਹ ਸਾਡੇ ਜਥੇਦਾਰ ਸਾਹਿਬ ਨੂੰ ਆਮ ਆਦਮੀ ਪਾਰਟੀ ਵਾਲੀ ਦਸਤਾਰ ਦਿਖ ਜਾਂਦੀ ਆ ਜਦੋਂ ਉੱਥੇ ਆਪੇ ਹੀ ਫਰਮ ਪੈਂਦੇ ਨੇ। ਤੇ ਜਦੋਂ ਕਿਤੇ ਕੌਮ ਦਾ ਵੱਡਾ ਮਸਲਾ ਹੋਵੇ, ਪੰਥਕ ਮਸਲਾ ਹੋਵੇ, ਫਿਰ ਕਹਿੰਦੇ ਸਾਡੀ ਕਚਹਿਰੀ 'ਚ ਨਹੀਂ ਆਇਆ, ਅੱਜ ਕੋਈ ਲੈ ਕੇ ਨਹੀਂ ਆਇਆ ਸਾਡੇ ਤਾਈਂ। ਜਦੋਂ ਆਊਗਾ ਮਸਲਾ ਉਦੋਂ ਗੱਲ ਕਰਾਂਗੇ, ਫੇਰ ਦੇਖਾਂਗੇ। ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਵੈਰੀ ਮਚ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।